ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ। ਮੈਂ ਹਾਂ ਨਵਜੋਤ ਕੌਰ। ਬੁਲੇਟਿਨ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਅੰਦੋਲਨ ਦੀ। ਚੱਕਾ ਜਾਮ ਤੋਂ ਪਹਿਲਾਂ ਕਿਸਾਨਾਂ ਦਾ ਮੰਥਨ ਹੈ। ਕੱਲ ਚੱਕਾ ਜਾਮ ਹੋਣਾ ਹੈ, ਘੋਸ਼ਣਾ ਕਿਸਾਨਾਂ ਵੱਲੋਂ ਕਰ ਦਿੱਤੀ ਗਈ ਸੀ ਔਰ ਅੱਜ ਕਿਸਾਨਾਂ ਦਾ ਮੰਥਨ ਹੋਣਾ ਹੈ। ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੀ ਅੱਜ ਇੱਕ ਅਹਿਮ ਬੈਠਕ ਹੋਣ ਜਾ ਰਹੀ ਹੈ। ਅੱਜ ਦੁਪਹਿਰ 1 ਵਜੇ ਸਿੰਘੂ ਬਾਰਡਰ ਤੇ ਇਹ ਬੈਠਕ ਹੋਵੇਗੀ। ਕੱਲ ਦੇਸ਼ ਭਰ ਦੇ ਵਿੱਚ ਚੱਕਾ ਜਾਮ ਦਾ ਐਲਾਨ ਕਿਸਾਨ ਆਗੂਆਂ ਵੱਲੋਂ ਕਰ ਦਿੱਤਾ ਗਿਆ ਸੀ और 26 जनवरी ਨੂੰ ਲਾਪਤਾ ਹੋਏ ਲੋਕਾਂ ਤੇ ਵੀ ਅੱਜ ਚਰਚਾ ਹੋਣੀ ਸੰਭਵ ਹੈ। ਤੁਹਾਨੂੰ ਦੱਸ ਦਈਏ ਕਿ 26 ਜਨਵਰੀ ਨੂੰ ਕੁਝ ਨੌਜਵਾਨ ਲਾਪਤਾ ਹੋ ਗਏ ਸੀ ਜਿਨ੍ਹਾਂ ਦੇ ਪਰਿਵਾਰ ਫਿਲਹਾਲ ਬੇहद ਪਰੇਸ਼ਾਨ ਨੇ। ਪੰਜਾਬ ਦੇ ਵਿੱਚ ਇਹਨਾਂ ਦੇ ਪਰਿਵਾਰ ਮੌਜੂਦ ਨੇ ਜਿਨ੍ਹਾਂ ਨੂੰ ਅਜੇ ਤੱਕ ਆਪਣੇ ਬੱਚਿਆਂ ਦੀ ਕੋਈ ਸਾਰ ਨਹੀਂ ਲੱਗ ਸਕੀ ਹੈ। ਇਸ ਨੂੰ ਲੈ ਕੇ ਵੀ ਅੱਜ ਦੀ ਬੈਠਕ ਦੇ ਵਿੱਚ ਚਰਚਾ ਹੋਣੀ ਸੰਭਵ ਹੈ। ਤੇ ਤੁਹਾਨੂੰ ਦੱਸ ਦਈਏ ਕਿ ਅੱਜ ਮੰਥਨ ਹੋਣਾ ਹੈ ਔਰ ਅਕਸਰ ਇਹ ਮੰਥਨ ਹੁੰਦਾ ਹੈ ਕਿਸਾਨ ਆਗੂਆਂ ਦੇ ਵਿੱਚ। ਤਾਂ ਹੁਣ ਤੱਕ 12 ਬੈਠਕਾਂ ਹੋ ਚੁੱਕੀਆਂ ਨੇ, 12 ਮੀਟਿੰਗ ਕੇਂਦਰ ਸਰਕਾਰ ਦੇ ਨਾਲ ਹੋ ਚੁੱਕੀ ਹੈ, ਪਰ ਅਜੇ ਤੱਕ ਰੇੜਕਾ ਉੱਥੇ ਦਾ ਉੱਥੇ ਹੀ ਫਸਿਆ ਹੋਇਆ ਹੈ, ਜਿਸ ਨੂੰ ਲੈ ਕੇ ਲਗਾਤਾਰ ਕਿਸਾਨ ਆਗੂਆਂ ਵੱਲੋਂ ਐਕਸ਼ਨ ਪਲਾਨਾਂ ਦੀ ਆਯੋਜਨ ਕਰਾਇਆ ਜਾਂਦਾ ਹੈ, ਯੋਜਨਾ ਘੜੀ ਜਾਂਦੀ ਹੈ। ਤੇ ਕੱਲ ਦਾ ਜਿਹੜਾ ਐਕਸ਼ਨ ਪਲਾਨ ਹੈ ਉਹ ਹੋਵੇਗਾ ਚੱਕਾ ਜਾਮ, ਯਾਨੀ ਕਿ ਕੱਲ 12 ਤੋਂ 3 ਵਜੇ ਤੱਕ 3 ਘੰਟੇ ਦਾ ਚੱਕਾ ਜਾਮ ਰਹੇਗਾ, ਜਿਸ ਦੇ ਵਿੱਚ ਸਿਰਫ ਰਾਜਧਾਨੀ ਦਿੱਲੀ ਦੇ ਵਿੱਚ ਚੱਕਾ ਜਾਮ ਨਹੀਂ ਹੋਵੇਗਾ, ਪਰ ਰਾਜਧਾਨੀ ਦਿੱਲੀ ਨੂੰ ਛੱਡ ਕੇ ਬਾਕੀ ਸਾਰੀ ਥਾਵਾਂ ਤੇ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਗਿਆ ਹੈ। ਫਿਲਹਾਲ ਇਸ ਮਾਮਲੇ ਤੇ ਵਧੇਰੇ ਜਾਣਕਾਰੀ ਵਾਸਤੇ ਮੇਰੇ ਸਹਿਯੋਗੀ ਪੰਕਜ ਕਪਾਹੀ ਸਾਡੇ ਨਾਲ ਲਾਈਵ ਜੁੜ ਚੁੱਕੇ ਨੇ। ਪੰਕਜ, ਅੱਜ ਕਿਸਾਨ ਆਗੂਆਂ ਦੀ ਬੈਠਕ ਹੋਣੀ ਹੈ ਔਰ ਕੱਲ ਚੱਕਾ ਜਾਮ ਦੀ ਵੀ ਘੋਸ਼ਣਾ ਕਰ ਦਿੱਤੀ ਗਈ ਸੀ। ਕੀ ਕੁਝ तमाम ਜਾਣਕਾਰੀ ਤੁਹਾਡੇ ਕੋਲ? ਬਿਲਕੁਲ ਨਵਜੋਤ, 22 ਜਨਵਰੀ ਤੋਂ ਗੱਲਬਾਤ ਦਾ ਸਿਲਸਿਲਾ ਕੇਂਦਰ ਸਰਕਾਰ ਦੇ ਨਾਲ ਕਿਸਾਨ ਜਥੇਬੰਦੀਆਂ ਦਾ ਟੁੱਟਿਆ ਹੋਇਆ ਹੈ। ਸਰਕਾਰ ਲਗਾਤਾਰ ਇਹ ਕਹਿ ਰਹੀ ਹੈ ਕਿ ਜੋ ਪ੍ਰਪੋਜ਼ਲ ਭੇਜਿਆ ਸੀ ਉਸੇ ਪ੍ਰਪੋਜ਼ਲ ਤੇ ਗੱਲਬਾਤ ਜਿਹੜੀ ਹੈ ਉਹ ਕੀਤੀ ਜਾਏਗੀ, ਕਿਸਾਨ ਜਥੇਬੰਦੀਆਂ ਨੇ ਤੈਅ ਕਰਨਾ। ਔਰ ਕਿਸਾਨ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਕਾਨੂੰਨ ਰੱਦ ਹੋਣਾ ਹੀ ਸਾਡਾ ਅੰਦੋਲਨ ਖਤਮ ਹੋਏਗਾ। ਔਰ ਇਸ ਵਿਚਾਲੇ ਜਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ ਕੱਲ ਚੱਕਾ ਜਾਮ ਕੀਤਾ ਜਾਏਗਾ, ਯਾਨੀ ਪੂਰੇ ਦੇਸ਼ ਦੇ ਵਿੱਚ ਚੱਕਾ ਜਾਮ ਰਹਿਣ ਵਾਲਾ ਹੈ। ਔਰ ਉਸੇ ਮੁਤਲਕ ਅੱਜ ਦੁਪਹਿਰ 1 ਵਜੇ ਪਹਿਲਾਂ ਪੰਜਾਬ ਦੀਆਂ 32 ਜਥੇਬੰਦੀਆਂ ਮੀਟਿੰਗ ਕਰਨਗੀਆਂ, 32 ਜਥੇਬੰਦੀਆਂ ਰਣਨੀਤੀ ਕਰਨਗੀਆਂ ਕਿ ਅੱਗੇ ਕਿਸ ਤਰੀਕੇ ਦੀ ਰੂਪਰੇਖਾ ਰਹਿਣ ਵਾਲੀ ਹੈ, ਕਿਸ ਤਰੀਕੇ ਨਾਲ ਗੱਲਬਾਤ ਕੀਤੀ ਜਾਏਗੀ। ਔਰ ਇੱਕ ਅਹਿਮ ਗੱਲ ਇਹ ਵੀ ਹੈ ਕਿ ਇਸ ਅੰਦੋਲਨ ਦੇ ਵਿੱਚ ਸਿਆਸੀ ਆਗੂਆਂ ਦਾ ਬਾਈਕਾਟ ਕੀਤਾ ਹੋਇਆ ਕਿ ਕਿਸੇ ਨੂੰ ਵੀ ਮੰਚ ਤੇ ਨਹੀਂ ਆਉਣ ਦਿੱਤਾ ਜਾਏਗਾ। ਲੇਕਿਨ ਗਾਜ਼ੀਪੁਰ ਦੇ ਵਿੱਚ ਰਾਕੇਸ਼ ਟਕੈਤ ਹੋਰਾਂ ਦੀ ਸਟੇਜ ਤੇ तमाम ਸਿਆਸੀ ਪਾਰਟੀਆਂ ਦੇ ਆਗੂ ਪਹੁੰਚ ਰਹੇ ਨੇ, ਤਾਂ ਕੀ ਉਸ ਮੁਤਲਕ ਵੀ ਗੱਲਬਾਤ ਹੋਏਗੀ? ਇਹ ਕਾਫੀ ਅਹਿਮ ਰਹਿਣ ਵਾਲਾ ਹੈ। ਔਰ ਸਰਕਾਰ ਦੇ ਨਾਲ ਗੱਲਬਾਤ ਚੱਲੇਗੀ ਕਿਵੇਂ, ਅਗਲੀ ਰੂਪਰੇਖਾ ਕਿਸ ਤਰੀਕੇ ਦੀ ਹੋਏਗੀ, ਇਹ तमाम ਮਸਲਿਆਂ ਨੂੰ ਲੈ ਕੇ ਦੁਪਹਿਰ 1 ਵਜੇ ਜਿਹੜੀ ਹੈ ਮੀਟਿੰਗ ਕਿਸਾਨ ਜਥੇਬੰਦੀਆਂ ਦੀ ਰਹਿਣ ਵਾਲੀ ਹੈ। ਜੀ पंकज, जिस तरह तमाम थावां ते जिस तरह की खबरां भी आईयां और सोशल मीडिया ते भी असीं तस्वीरां वेखियां जिथे कि कंटेनर लगाए गए ने, बैरीकेड कीते गए ने और लोहे दियां किल्लां तक दा इस्तेमाल टिकरी बॉर्डर वर्गियां थावां ते कीता गया है। तां की कुछ लगदा है कि कल जिहड़ा चक्का जाम कीता जाना है उसनूं किदां सफल कीता जा सकदा है? और जिस तरह इस तरह सरकार वल्लों जिस तरह कंटेनर्स लगाए गए ने, बैरीकेडिंग कीती गई है, इस नूं लैके की कुछ तमाम अज गल्लां हो सकदियां ने? बिल्कुल उसे ਨੂੰ ਲੈ ਕੇ ਅੱਜ 1 ਵਜੇ ਮੀਟਿੰਗ ਹੋਣੀ ਹੈ ਔਰ ਰੂਪਰੇਖਾ ਉਲੀਕੀ ਜਾਏਗੀ ਕਿ ਕਿਸ ਤਰੀਕੇ ਦੇ ਨਾਲ ਕੱਲ ਦੇ ਚੱਕਾ ਜਾਮ ਨੂੰ ਜਿਹੜਾ ਵਾ ਇੱਕ ਕਾਰਗਰ ਸਾਬਤ ਕਰਨਾ ਵਾ। ਔਰ ਇਹ ਵੀ ਅਹਿਮ ਹੈ ਕਿ ਸਰਕਾਰ ਦੇ ਨੁਮਾਇੰਦੇ ਜਿਹੜੇ ਨੇ ਉਹ ਲਗਾਤਾਰ ਕਹਿ ਰਹੇ ਨੇ ਕਿ ਗੱਲਬਾਤ ਕਰਨ ਨੂੰ ਤਿਆਰ ਆ, ਜਥੇਬੰਦੀਆਂ ਪ੍ਰਪੋਜ਼ਲ ਭੇਜਣ, ਜਥੇਬੰਦੀਆਂ ਕਹਿ ਰਹੀਆਂ ਨੇ ਕਿ ਅਸੀਂ ਤਿਆਰ ਆ, ਸਰਕਾਰ ਪ੍ਰਪੋਜ਼ਲ ਭੇਜੇ। ਤਾਂ ਜਿਹੇ ਚ ਗੱਲਬਾਤ ਹੋਏਗੀ ਕਿਵੇਂ? ਔਰ ਦੂਜੇ ਪਾਸੇ ਕੱਲ ਚੱਕਾ ਜਾਮ ਕਿਸਾਨ ਜਥੇਬੰਦੀਆਂ ਕਰਨਗੀਆਂ ਕਿਵੇਂ? ਕਿਉਂਕਿ ਉੱਤਰ ਪ੍ਰਦੇਸ਼ ਦੇ ਵਿੱਚ, ਹਰਿਆਣਾ ਦੇ ਵਿੱਚ ਮਹਾ ਪੰਚਾਇਤਾਂ ਬੁਲਾਈਆਂ ਗਈਆਂ, ਉੱਥੇ ਜਿਹੜਾ ਵਾ ਵੱਖ-ਵੱਖ ਜਿਹੜੇ ਲੋਕਲ ਕਿਸਾਨ ਲੀਡਰ ਨੇ ਉਹਨਾਂ ਦੀਆਂ ਡਿਊਟੀਆਂ ਜਿਹੜੀਆਂ ਨੇ ਉਹ ਲਗਾਈਆਂ ਗਈਆਂ ਨੇ। ਇਹ तमाम ਗੱਲਬਾਤ ਅੱਜ ਦੀ ਮੀਟਿੰਗ ਦੇ ਵਿੱਚ ਰਹਿਣ ਵਾਲੀ ਹੈ ਔਰ ਨਜ਼ਰਾਂ ਸਰਕਾਰ ਦੀਆਂ ਵੀ ਕੱਲ ਦੇ ਚੱਕੇ ਜਾਮ ਤੇ ਰਹਿਣ ਵਾਲੀਆਂ ਹੈ ਕਿ ਲੋਕਾਂ ਦਾ ਰਿਸਪੌਂਸ ਕਿਸ ਤਰੀਕੇ ਨਾਲ ਰਹਿੰਦਾ ਵਾ। ਔਰ 26 ਜਨਵਰੀ ਤੋਂ ਬਾਅਦ ਪੁਲਿਸ ਵੀ ਜਿਹੜੀ ਹੈ ਉਹ ਜ਼ਿਆਦਾ ਸਖਤ ਜਿਹੜੀ ਉਹ ਨਜ਼ਰ ਆ ਰਹੀ ਹੈ ਔਰ ਇਸੇ ਕਰਕੇ ਵੱਖ-ਵੱਖ ਦਿੱਲੀ ਦੇ ਬਾਰਡਰਾਂ ਦੇ ਉੱਤੇ ਕਿਤੇ ਕਿੱਲ ਲੱਗੇ ਹੋਏ ਨਜ਼ਰ ਆ ਰਹੇ ਨੇ ਲੋਹੇ ਦੇ, ਤਾਂ ਕਿਤੇ ਬੈਰੀਕੇਟਿੰਗ ਜਿਹੜੀ ਹੈ 10-10 12 ਗੁਣਾ ਵਧਾ ਦਿੱਤੀ ਗਈ ਹੈ। ਤਾਂ ਦਿੱਲੀ ਪੁਲਿਸ ਵੀ ਚੌਕਸ ਹੈ ਔਰ ਦੂਜੇ ਪਾਸੇ ਬਾਕੀ ਸੂਬਾ ਦੀਆਂ ਸਰਕਾਰਾਂ ਵੀ ਕਿਸ ਤਰੀਕੇ ਦੇ ਨਾਲ ਚੌਕਸ ਰਹਿੰਦੀਆਂ, ਖਾਸ ਤੌਰ ਤੇ ਪੁਲਿਸ ਦੀ ਕਿੰਨੀ ਕੁ ਤਿਆਰੀ ਰਹਿੰਦੀ ਹੈ, ਇਹ ਵੀ ਕਾਫੀ ਅਹਿਮ ਰਹਿਣ ਵਾਲਾ ਹੈ। ਜੀ ਨਵਜੋਤ। पंकज, मेरा आखिरी सवाल, लगातार जिस तरह तुसीं दस्सिया कि सियासी आगूआं नूं रोकिया गया कि वो किसी भी मंच ते ना बोलन, पर जे गल गाजीपुर बॉर्डर दी कीती जावे तो उत्थे दे मंच ते तमाम सियासी आगू पहुंच भी रहे ने और जिद्दां कल विरोधी दल दे कई सांसद उत्थे पहुंचण, उत्थे शामिल होण वास्ते गए सी, उन्हां नूं समर्थन देण वास्ते गए सी, हालांकि उन्हां नूं मिलण नहीं दित्ता गया। तां की कुछ लगदा है कि किसान आगूआं दे विच की कोई फिक पैंदी नज़र आ रही है? नवजोत, कल
10 ਪਾਰਟੀਆਂ ਦੇ 15 ਓਪੋਜੀਸ਼ਨ ਦੇ ਲੀਡਰ ਜਿਹੜੇ ਨੇ ਉਹ ਗਾਜ਼ੀਪੁਰ ਬਾਰਡਰ ਗਏ ਸੀ, ਲੇਕਿਨ ਦਿੱਲੀ ਪੁਲਿਸ ਨੇ ਮਨਾ ਕਰ ਦਿੱਤਾ, ਜਾਣ ਨਹੀਂ ਦਿੱਤਾ ਗਿਆ ਮੰਚ ਤੇ। ਰਾਕੇਸ਼ ਟਕੈਤ ਹੋਰਾਂ ਦੀ ਗੱਲ ਕਰੀਏ, ਉਹਨਾਂ ਦਾ ਕਹਿਣਾ ਹੈ ਕਿ ਮੰਚ ਤੋਂ ਕੋਈ ਵੀ ਲੀਡਰ ਜਿਹੜਾ ਵੈ ਉਹ ਲੋਕਾਂ ਨੂੰ ਸੰਬੋਧਿਤ ਨਹੀਂ ਕਰੇਗਾ, ਕਿਸਾਨਾਂ ਨੂੰ ਸੰਬੋਧਿਤ ਨਹੀਂ ਕਰੇਗਾ, ਲੇਕਿਨ ਅਗਰ ਕੋਈ ਹਿਮਾਇਤ ਦੇਣ ਆਂਦਾ ਤਾਂ ਉਹ ਆ ਸਕਦਾ ਹੈ। ਕੱਲ ਤੋਂ ਪਹਿਲਾਂ ਵੀ ਸੁਖਬੀਰ ਸਿੰਘ ਬਾਦਲ ਉੱਥੇ ਪਹੁੰਚੇ ਸੀ ਗਾਜ਼ੀਪੁਰ ਬਾਰਡਰ, ਉਸ ਤੋਂ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਪਹੁੰਚੇ ਸੀ। ਇੱਕ ਲੰਬੀ ਸਿਆਸੀ ਆਗੂਆਂ ਦੀ ਫਹਿਰਿਸਤ ਹੈ ਔਰ ਜਦੋਂ ਸਿੰਘੂ ਬਾਰਡਰ ਦੇ ਉੱਤੇ ਇਹ ਐਲਾਨਿਆ ਹੋਇਆ ਕਿ ਕੋਈ ਉੱਥੇ ਸਿਆਸੀ ਲੀਡਰ ਜਿਹੜਾ ਵਾ ਉਹ ਨਹੀਂ ਆ ਸਕਦਾ, ਸਟੇਜ ਦੇ ਉੱਤੇ ਸਟੇਜ ਸਾਂਝੀ ਨਹੀਂ ਕਰ ਸਕਦਾ। ਔਰ ਅਸੀਂ ਪਹਿਲਾਂ ਇਹ ਵੀ ਦੇਖਿਆ ਸੀਗਾ ਕਿ ਗੁਰਨਾਮ ਸਿੰਘ ਚਡੂਨੀ ਹੋਰਾਂ ਨੇ ਜਦੋਂ ਕਿਸਾਨ ਸੰਸਦ ਬੁਲਾਈ ਤਾਂ ਉਹਨਾਂ ਦਾ ਵਿਰੋਧ ਹੋਇਆ ਸੀ। ਔਰ ਉਸ ਤੋਂ ਬਾਅਦ ਹੁਣ ਗਾਜ਼ੀਪੁਰ ਵਾਲੇ ਪਾਸੇ ਸਭ ਤੋਂ ਜ਼ਿਆਦਾ ਸਿਆਸੀ ਲੀਡਰ ਵੀ ਪਹੁੰਚ ਰਹੇ ਨੇ, ਗਾਇਕ ਵੀ ਪਹੁੰਚ ਰਹੇ ਨੇ। ਔਰ ਜੋ ਇੱਕ ਮੰਚ ਦਿੱਲੀ ਦੇ ਵਿੱਚ ਕਿਹਾ ਜਾਂਦਾ ਸੀ ਸਭ ਤੋਂ ਵੱਡਾ ਇਕੱਠ ਸਿੰਘੂ ਬਾਰਡਰ ਹੈ, ਲੇਕਿਨ 26 ਤਰੀਕ ਤੋਂ ਬਾਅਦ ਤਸਵੀਰ ਜਿਹੜੀ ਹੈ ਉਹ ਗਾਜ਼ੀਪੁਰ ਦੇ ਆਲੇ ਦੁਆਲੇ ਘੁੰਮਦੀ ਹੋਈ ਨਜ਼ਰ ਆ ਰਹੀ ਹੈ। ਨਵਜੋਤ जी फिलहाल शुक्रिया पंकज तमाम जानकारी वास्ते। अगे भी तुहाडे तो अपडेट लेंदे रहांगे। तां वड्डी खबर तुहानू दस दी कि मंथन होण जा रहा है और 1 वजे ਸਿੰਘੂ बार्डर ते मंथन होना है, जिस दे विच तमाम किसान आगू मौजूद होणगे। और कल जिस तरह चक्का जाम की घोषणा की गई है, उसनू लैके की कुछ तैयारियां कीतियां जाणगियां और किस तरह इस चक्के जाम नू अमल दे विच लैके आया जावेगा, इसनू लैके भी रणनीति घड़ी जानी है। अगली वड्डी खबर बॉर्डर ते इंटरनेट सेवा नू लैके जुड़ी हुई है। हरियाणा के 2 जिलों के विच इंटरनेट ते रोक अजे भी बरकरार है। सोनीपत झज्जर दे विच शाम 5 बजे तक पाबंदी बढ़ा दी गई है। दोहां जिलों के विच दिल्ली बॉर्डर ते चल रहा है धरना और संयुक्त किसान मोर्चे ने सरकार ते सवाल भी चुके ने। इस दे नाल असहमति की आवाज दबाउणा चाहुंदी है सरकार। किसान आगूआं वल्लों तमाम इल्जाम मढ़े जा रहे हैं सरकार ते। दोहां जिलों के विच इंटरनेट सेवा तुरंत बहाल करने की मांग की गई है। तुहानूं दस दें, इस तो पहला लगभग 17 जिले अजिहे सन हरियाणा के जिथे कि इंटरनेट पूरी तरह बंद कर दिता गया सीगा, आरजी तौर पर बंद किया गया सी। पर हुण इन्हां दे विचों 2 जिले महज इहो जिहे रह गए ने जिन्हां ते हजे भी इंटरनेट सेवा बहाल नहीं की गई। सोनीपत और झज्जर ते अज शाम तक भी अस्थाई रोक लगा दी गई है और इस दे नाल जो तमाम होर जिले ने उन्हां तो फिलहाल रोक हटा दी गई है, यानी कि हुण उत्थे इंटरनेट सेवा बहाल कर दी गई है। तुहानूं दस दें कि लगातार जो प्रेस कॉन्फ्रेंसिस किसान आगूआं वल्लों कीतियां जा रही उन्हां वल्लों यही इल्जाम सरकार ते मढ़े जा रहे हैं कि सरकार साडी आवाज़ नूं दबाउणा चाहुंदी है, असहमति की आवाज़ नूं दबाउणा चाहुंदी है सरकार। और मांग लगातार यही हो रही है कि पूर्ण तौर पर इंटरनेट सेवा बहाल होनी चाहिए है। हुण अगे वड्डी खबर किसानी अंदोलन के नाल ही जुड़ी हुई है। लगातार किसानी अंदोलन नूं विदेशों तो भी समर्थन मिल रहा है। लगातार जो विदेशी लोग ने वो ट्वीट कर रहे हैं, विदेशी सैलेब्रिटीज ट्वीट कर रहे हैं और उस दौरान ही ग्रेटा थनबर्ग के ट्वीट से भी दिल्ली पुलिस का बड़ा बयान सामने आया है। FIR दे विच किसी का नाम शामिल नहीं है। दिल्ली पुलिस की स्टेटमेंट दे विच गल सामने आई, सिर्फ टूल किट बनाउण वालियां दे खिलाफ केस किया गया है। टूल किट दे विच प्रदर्शन के समर्थन दे तरीकों की जानकारी दी गई है। ग्रेटा थनबर्ग के खिलाफ FIR दर्ज करने की चर्चा हो रही थी। इस विचाले दिल्ली पुलिस ने यह सफाई दी है। तुहानूं दस दिए कि एनवायरमेंटल एक्टिविस्ट ने ग्रेटा थनबर्ग बहुत छोटी उम्र के विच इन्होंने नाम भी खटिया है और बहुत अजिहे सियासतदान ने जिन्हों के विरुद्ध इन्होंने आवाज़ बुलंद की है। तो एक ट्वीट इन्हों वालों किया गया सी मंगलवार की शाम को एक ट्वीट किया गया सी जिस दे विच टूल किट इन्हों वालों पोस्ट की गई सी। ये टूल किट दे विच किसान अंदोलन दे विच किस तरह दिन प्रतिदिन जो कारगुजारी की जानी है और किस तरह एक्शन लिया जाएगा जेकर दिल्ली पुलिस कोई एक्शन लेंदी है, जेकर कोई भी एक्शन हुंदा है प्रदर्शनकारियों के खिलाफ तो उस दौरान की कुछ इन्हां वल्लों तरीके अपनाए जाएंगे, हथकंडे अपनाए जाएंगे, उस सारियां दा जिक्र इस टूल किट दे विच सीगा। और इस टूल किट की एक तस्वीर ग्रेटा वल्लों शेयर कर दी गई सी जिस तो बाद लगातार विवाद भखना शुरू हो गया और अपनी दिल्ली पुलिस ने अपनी स्टेटमेंट दे विच गल साफ कर दी है कि ग्रेटा का नाम फिलहाल FIR दे विच शामिल नहीं किया गया है। दिल्ली पुलिस को सोशल मीडिया मॉनिटरिंग के कॉन्टेक्स्ट में एक पर्टिकुलर अकाउंट के द्वारा एक डॉक्यूमेंट अपलोड किया गया जिसका नाम टूल किट है। उस टूल किट को एक पर्टिकुलर खालिस्तानी प्रो खालिस्तानी ऑर्गेनाइजेशन है जिसका नाम पोएटिक जस्टिस फाउंडेशन है, इसके द्वारा इसकी ऑथरशिप दिखाई गई है और इस डॉक्यूमेंट में एक एक्शन प्लान डिलिनेट किया गया है जिस एक्शन प्लान में ये बताया गया है कि 26 जनवरी के बाद 26 जनवरी और उसके आसपास डिजिटल स्ट्राइक करना है, एक ट्वीट स्टॉर्म करना है 23 जनवरी के ऑनवर्ड्स,
एक फिजिकल एक्शन करना है 26 जनवरी को, और फार्मर्स प्रोटेस्ट और जो मार्च 26 जनवरी को होना था उसको या तो ज्वाइन करना है या इसको वॉच करना है, कैसे ये दिल्ली में प्रवेश करता है और फिर वापस ये बॉर्डर पे जाता है। इसके लिए लोगों को बताया गया था इस टूल किट के माध्यम से, इसको अपलोड किया गया और फिर कुछ दिनों बाद इसको डिलीट भी कर दिया गया, लेकिन ये हमारे संज्ञान में आया है। और अगर आप 26 जनवरी और उसके आसपास के इवेंट्स को देखें तो आपको ये मालूम होगा कि ये बिल्कुल कॉपी कैट, बिल्कुल एग्जीक्यूशन था। जिस तरह का प्लान इस डॉक्यूमेंट में है उसी तरह की एक्टिविटीज़ ग्राउंड पे भी दिखाई देती हैं। तो इसका संज्ञान लेते हुए दिल्ली पुलिस ने जो ऑथर्स हैं टूल किट के, उनके खिलाफ एक केस दर्ज किया है धारा 124A, 153A, 153 और 120B IPC में, जिसका कि इन्वेस्टिगेशन दिल्ली पुलिस की साइबर सेल द्वारा किया जाएगा। और इसमें किसी को भी हम लोगों ने अभी नेम नहीं किया है। एनवायरमेंटल यानी कि पर्यावरण एक्टिविस्ट है ग्रेटा, और लगातार विवादां विच घिर रही है अपने इस पोस्ट के जरिए जो इन्हों वालों एक टूल किट पोस्ट की गई। फिलहाल तुहानूं दस देने समझाउण की कोशिश करते कि टूल किट हुंदा की है। एक डॉक्यूमेंट का नाम है टूल किट, और ग्रेटा थनबर्ग ने यह डॉक्यूमेंट टूल किट पोस्ट किया सी अपने हैंडल से। और टूल किट एक तरह का प्रोटेस्ट मैनुअल हुंदा है, अंदोलन दौरान की करना है उसकी जानकारी इस दे विच दित्ती गई है। पुलिस एक्शन, सोशल मीडिया ते गिरफ्तारी के दौरान की करना है उसकी जानकारी, उसका पूरा वेरवा इस दे विच दित्ता गया है। टूल किट दे विच अंदोलन के समर्थन के तरीके के बारे जानकारी दित्ती गई है। पुलिस एक्शन लवे तो उस तो बाद की कुछ एक्शन लोगों वालों लिया जाएगा, इसकी जानकारी उस दे विच दित्ती गई है। पुलिस एक्शन दौरान किवें फरार होना है यह भी टूल किट दे विच लिखा गया है। सोशल मीडिया ते किहड़े हैशटैग वरतने जिहदे नाल इसदा प्रभाव जिहड़ा है वो बहुत ज्यादा पवे, प्रदर्शन का प्रभाव बहुत पवे, इसलिए किहड़े हैशटैग्स वरते जाने हैं वो भी इस टूल किट दे विच उसदा भी पूरा वेरवा है। और पुलिस एक्शन के दौरान भज्जण दे लई कपड़े किहड़े पाउणे हैं इसदा भी पूरा वेरवा इस टूल किट दे विच दिता गया है। ते टूल किट जिहड़ा है ये अपने आप दे विच ही एक बहुत बड़ा सवाल खड़ा कर रहा है। और खास करके जो पर्यावरण एक्टिविस्ट वालों ग्रेटा थनबर्ग वालों एक ट्वीट किया गया उस तो बाद लगातार ग्रेटा विवादां दे विच घिरी हुई है, जिससे दिल्ली पुलिस वालों भी एक स्टेटमेंट सामने आ गई है। लगातार विदेशों तो आवाज उठ रही है। विदेशों तो हो रहे ट्वीट्स से किसान मोर्चे का भी बड़ा बयान सामने आया है। दुनिया तो अंदोलन नूं लगातार हमायत मिल रही है। किसान आंदोलन वालों, किसान आंदोलन दे विच जो किसान आगू शामिल ने उन्हां वालों एक गल कही गई, सरकार अंदरूनी मामला दस के दबाउणा चाहुंदी है, किसानां दी हमायत करन वालियां नूं ट्रोल किया जा रहा है। और रिहाना समेत कई हस्तियां ने अंदोलन की हमायत दे विच ट्वीट किए हैं। तुहानूं दस दईए कि यूएसए की पॉप स्टार रिहाना वालों ट्वीट किया गया, इस दे नाल जो साबका पॉर्न स्टार रही है मियां खलीफा उसदे वालों ट्वीट किया गया। और हुण जिहड़ी पर्यावरण एक्टिविस्ट है ग्रेटा थनबर्ग उसदे वालों भी ट्वीट किया गया। लगातार ट्वीटां का सिलसिला जारी है। लगातार विदेशी ताकतां अपनी आवाज़ बुलंद करदियां नजर आ रही ने किसान अंदोलन नूं लैके, जिससे हुण किसान आगू भी अपना प्रतिक्रम दे रहे हैं और कह रहे हैं कि किसान अपनी मंगां ते हमेशा बजिद रहणगे। और लगातार हमायत भी मिल रही है जिसनूं लैके सरकार साडी आवाज़ भी दबाउंदी है। और उन्हां दे वल्लों कीते गए ट्वीट, जो विदेशों ते बैठे लोग ने उन्हां वल्लों कीते गए ट्वीट नूं महज एक प्रोपोगेंडा करार किया जा रहा है। ते हुण गल दिल्ली दियां बसां दी। किसानी अंदोलन दे विचाले दिल्ली सरकार दियां बसां नूं लैके एक नवां सियासी संग्राम छिड़ गया है। मुख्यमंत्री केजरीवाल ते बीजेपी आमो सामने हो गए ने। दिल्ली सरकार दियां डीटीसी बसां दिल्ली दी केजरीवाल सरकार ते बीजेपी दे विचाले नਵੇਂ विवाद दी वजह ने। केजरीवाल सरकार ने दिल्ली पुलिस नूं ड्यूटी ते लई दित्तियां 576 बसां वापस मंग लईआं ने। बसां नूं तुरंत डिपूआं दे विच भेजण दे लई किहा गया है। केजरीवाल सरकार दा तर्क है कि ये बसां कोरोना काल दे विच पुलिस नूं आवाजाही लई दित्तियां सन, पर पुलिस ने इन्हां बसां नूं किसानां दे अगे बैरीकेड बना के खड़ा कर दित्ता है। डीटीसी की अगर दिल्ली पुलिस महीनों तक अपने पास ये कह के रखे कि हमें रखनी है, तो ये मुझे लगता है कि उस गरीब आदमी के साथ अन्याय है, जिसको अपने दफ्तर पे जाने के लिए, अपने काम करने के लिए, अस्पताल जाने के लिए उन बसों की जरूरत है। अपने ही देश के किसानों को उग्रवादी बता के
आतंकवादी बता के, खालिस्तानी बता के ऐसा दिखाना कि पता नहीं दिल्ली के ऊपर क्या संकट आ गया, ये भाजपा की पटकथा का एक हिस्सा है। ਜਿਵੇਂ ਹੀ ਦਿੱਲੀ ਸਰਕਾਰ ਨੇ ਪੁਲਿਸ ਤੋਂ ਬੱਸਾਂ ਵਾਪਸ ਮੰਗੀਆਂ ਤਾਂ ਬੀਜੇਪੀ ਨੇ ਆਪ ਦੀ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ। ਬੀਜੇਪੀ ਨੇ ਕੇਜਰੀਵਾਲ ਤੋਂ ਪੁੱਛਿਆ ਕਿ ਕੀ ਦਿੱਲੀ ਪੁਲਿਸ ਦਿੱਲੀ ਦੇ ਲੋਕਾਂ ਦੇ ਲਈ ਕੰਮ ਨਹੀਂ ਕਰਦੀ। ਬੀਜੇਪੀ ਨੇ ਇਲਜ਼ਾਮ ਲਾਇਆ ਕਿ ਕੇਜਰੀਵਾਲ ਤਾਨਾਸ਼ਾਹ ਦੇ ਵਾਂਗ ਕੰਮ ਕਰ ਰਿਹਾ ਹੈ ਅਤੇ ਉਸ ਦਾ ਅਸਲ ਚਿਹਰਾ ਸਾਹਮਣੇ ਆ ਗਿਆ ਹੈ। केजरीवाल उपद्रवियों को बढ़ावा दे रहे हैं। वो नहीं चाहते हैं कि उपद्रवियों को रोकने में हमारी डीटीसी की बसें सक्षम हों, पुलिस का सहयोग करें। और ये मैं समझता हूँ एक ऐसी स्थिति है जहां अरविंद केजरीवाल पूरी तरह से एक्सपोज हो चुके हैं कि दिल्ली का मुख्यमंत्री ही दिल्ली को तबाह करना चाहता है। दिल्ली का मुख्यमंत्री ही दिल्ली में तिरंगे का अपमान करवाना चाहता है। ऐसे में मैं कहूँगा अरविंद केजरीवाल, आप यहाँ से इस्तीफा दे दो, जाओ पंजाब चुनाव लड़ो। क्यों यहाँ के मुख्यमंत्री बनके यहाँ के लोगों के काल बने हुए हो? ਦਿੱਲੀ ਸਰਕਾਰ ਦੀਆਂ ਬੱਸਾਂ ਜਿੱਥੇ ਪੁਲਿਸ ਦੇ ਲਈ ਆਵਾਜਾਈ ਦਾ ਸਾਧਨ ਹਨ, ਉੱਥੇ ਕਈ ਥਾਵਾਂ ਤੇ ਕਿਸਾਨਾਂ ਨੂੰ ਰੋਕਣ ਦੇ ਲਈ ਬੈਰੀਕੇਡ ਦੇ ਤੌਰ ਤੇ ਵੀ ਕੰਮ ਆਈਆਂ ਨੇ। ਬੈਰੀਕੇਡ ਬਣਾ ਕੇ ਖੜੀਆਂ ਬੱਸਾਂ ਨੂੰ ਆਧਾਰ ਬਣਾ ਕੇ ਕੇਜਰੀਵਾਲ ਨੇ ਬੱਸਾਂ ਨੂੰ ਵਾਪਸ ਕਰਨ ਦਾ ਹੁਕਮ ਦੇ ਦਿੱਤਾ ਹੈ, ਜਿਸ ਨੂੰ ਬੀਜੇਪੀ ਨੇ ਤਾਨਾਸ਼ਾਹੀ ਫੈਸਲਾ करार दिता है। ब्यूरो रिपोर्ट न्यूज़ 18। उधर दिल्ली पुलिस ने डीटीसी ਦੇ ਉੱਤੇ ਲਏ ਇਸ ਫੈਸਲੇ ਨੂੰ ਮੁੜ ਵਿਚਾਰਨ ਦੇ ਲਈ ਕਿਹਾ ਹੈ ਔਰ ਕਾਨੂੰਨ ਵਿਵਸਥਾ ਦੇ ਮਾਮਲਿਆਂ ਵੇਲੇ ਪਹਿਲਾਂ ਵੀ ਬੱਸਾਂ ਦਾ ਇਸਤੇਮਾਲ ਕਰਨ ਦਾ ਤਰਕ ਵੀ ਦਿੱਤਾ ਹੈ। ये कई दशकों से दिल्ली पुलिस की फोर्स और आउटसाइड फोर्स जो पब्लिक ऑर्डर मेंटेनेंस के लिए इनकी तैनाती होती है, उनको उनके मूवमेंट के लिए, ट्रांसपोर्टेशन के लिए दिल्ली ट्रांसपोर्ट कॉरपोरेशन की बसेस प्रोवाइड किए जाते हैं और ये कई दशकों से चली आ रही है। और अभी हमारा दिल्ली ट्रांसपोर्ट कॉरपोरेशन जो दिल्ली सरकार के अंडर है, उनके साथ हमारा संपर्क कम्युनिकेशन हुआ है कि जो भी बसें हम इस्तेमाल कर रहे हैं वो हमें इस्तेमाल करने दिया जाए और आगे भी हमें जो भी बसों की ज़रूरत होगी वो हमें प्रोवाइड करें। उधर किसानी अंदोलन ते सड़क तो लेके संग्राम जारी है, सड़क तो लेके सदन तक। इस सब दे विचाले सुप्रीम कोर्ट वालों खेती कानूनां नूं लेके बढ़ाई कमेटी भी सरगर्म है। खेती कानूनां बारे सुप्रीम कोर्ट दे वल्लों बनाई कमेटी तो भावें अंदोलनकारी किसान दूरी ने, पर कमेटी लगातार देश दे होर किसान जथेबंदियां नाल राबता बना रही है। वीडियो कॉन्फ्रेंसिंग के जरिए कमेटी मैंबरां ने वख-वख किसानां दे नाल राबता किया, नवे खेती कानूनां बारे उन्हां दे विचार जाने। न्यूज़ 18 ते गलबात दौरान कमेटी मैंबरां ने दावा किया कि उन्हां दा काम सारियां धिरां दे पक्ष जानना है। उस दी रिपोर्ट सुप्रीम कोर्ट दे विच दित्ती जानी है ते यह रिपोर्ट पूरी तरह निरपक्ष होवेगी। उनको इनविटेशन कई बार भेजे हैं, अभी वो नहीं आए हैं। अभी देखते हैं आगे, अभी समय है हमारे पास। रिपोर्ट आपको जो हमें समय दिया गया है 2 महीने का, उसके अंदर अंदर हम रिपोर्ट तैयार करने की पूरी कोशिश कर रहे हैं। कमेटी मैंबरां ने अंदोलन कर रही किसान जथेबंदियां नूं भी अपील की कि वह भी अपना पक्ष रखण तां जो उन्हां दे विचार भी कोर्ट नूं दस्से जा सकण। हम तो बस इन्फॉर्मेशन कलेक्ट करके सुप्रीम कोर्ट को देने का काम है हमारा, और वो हम कर रहे हैं। जो लोग हमसे बात करना चाहते हैं वो वीडियो कॉन्फ्रेंसिंग द्वारा या यहाँ समक्ष आके भी बात कर रहे हैं, और जो नहीं आ रहे उनसे हम विनती कर रहे हैं, आइए बात कीजिए, जो भी आपका कहना है वो सुप्रीम कोर्ट तक पहुँचाने की हमारी जिम्मेवारी हम ईमानदारी से करेंगे। अंदोलनकारी किसान जथेबंदियां इस कमेटी नूं पहलां ही रद्द कर चुकियां ने। कमेटी मैंबरां ते भी जथेबंदियां ने सवाल खड़े कीते सन। ब्यूरो रिपोर्ट न्यूज़ 18 पंजाब।
ਉਧਰ ਹਰਸਿਮਰਤ ਕੌਰ ਬਾਦਲ ਦਾ ਕੇਂਦਰ ਸਰਕਾਰ ਤੇ ਹਮਲਾ ਦੇਖਣ ਨੂੰ ਮਿਲਿਆ। ਕਿਸਾਨਾਂ ਨੇ ਨਾ ਸੰਸਦ ਦੇ ਵਿੱਚ ਕਿਸਾਨਾਂ ਤੇ ਸਾਨੂੰ ਬੋਲਣ ਦਿੱਤਾ ਜਾ ਰਿਹਾ ਹੈ, ਨਾ ਬਾਰਡਰ ਤੇ ਕਿਸਾਨਾਂ ਨੂੰ ਮਿਲਣ ਦਿੱਤਾ ਜਾ ਰਿਹਾ ਹੈ। ਲੋਕਤੰਤਰ ਨੂੰ ਇਸ ਤਰ੍ਹਾਂ ਪ੍ਰਭਾਵਿਤ ਨਹੀਂ ਕਰ ਸਕਦੇ। ਸਾਬਕਾ ਯੂਨੀਅਨ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਇਹ ਗੱਲ ਕਹੀ ਗਈ। ਕੱਲ ਗਾਜ਼ੀਪੁਰ ਬਾਰਡਰ ਗਏ ਸਨ ਵਿਰੋਧੀ ਧਿਰਾਂ ਦੇ ਸਾਂਸਦ ਔਰ ਪੁਲਿਸ ਨੇ ਕਿਸਾਨਾਂ ਦੇ ਨਾਲ ਮਿਲਣ ਦੀ ਨਹੀਂ ਦਿੱਤੀ ਸੀ ਇਜਾਜ਼ਤ। ਵਿਰੋਧੀ ਧਿਰਾਂ ਨੇ ਲੋਕ ਸਭਾ ਸਪੀਕਰ ਨੂੰ ਇਸ ਦੀ ਸ਼ਿਕਾਇਤ ਵੀ ਸੌਂਪ ਦਿੱਤੀ ਹੈ। ਤੇ ਵੱਡੀ ਖਬਰ ਤੁਹਾਨੂੰ ਦੱਸ ਰਹੀ ਜਿੱਥੇ ਕਿ ਸਾਬਕਾ ਯੂਨੀਅਨ ਮੰਤਰੀ ਹਰਸਿਮਰਤ ਕੌਰ ਬਾਦਲ ਨੇ तमाम ਇਲਜ਼ਾਮ ਕੇਂਦਰ ਸਰਕਾਰ ਤੇ ਲਗਾਏ ਨੇ। ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਕਿਸਾਨਾਂ ਤੇ ਨਾ ਸੰਸਦ ਦੇ ਵਿੱਚ ਬੋਲਣ ਦਿੱਤਾ ਜਾ ਰਿਹਾ ਹੈ ਔਰ ਜੇਕਰ ਅਸੀਂ ਕਿਸਾਨਾਂ ਨੂੰ ਹਮਾਇਤ ਦੇਣ ਜਾ ਰਹੇ ਹਾਂ ਤੇ ਸਾਨੂੰ ਬਾਰਡਰ ਤੇ ਵੀ ਕਿਸਾਨਾਂ ਨੂੰ ਨਹੀਂ ਮਿਲਣ ਦਿੱਤਾ ਜਾ ਰਿਹਾ। ਤੁਹਾਨੂੰ ਦੱਸ ਦੇ ਕਿ ਬੀਤੇ ਦਿਨ ਨਿਊਜ਼ 18 ਪੰਜਾਬ ਨੇ ਵੀ ਇਹ ਖਬਰ ਤੁਹਾਨੂੰ ਪ੍ਰਮੁਖਤਾ ਦੇ ਨਾਲ ਤੁਹਾਡੇ ਤੱਕ ਨਸ਼ਰ ਕੀਤੀ ਸੀ ਕਿ ਕਿਸ ਤਰ੍ਹਾਂ ਵਿਰੋਧੀ ਦਲਾਂ ਦੇ ਇਹ तमाम ਸੰਸਦ ਜਦੋਂ ਗਾਜ਼ੀਪੁਰ ਬਾਰਡਰ ਪਹੁੰਚੇ ਤਾਂ ਉੱਥੇ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਗਿਆ। किसानी अंदोलन विचाले सियासत भी सिखरां ते है। हर पार्टी किसान हितैषी बनन लई पूरी वाह लगा रही है, फिर भावें जरिया कोई भी होवे। इस तहत विरोधी धिरां दे संसद मैंबर एक बस च सवार होए अते गाजीपुर बार्डर दा रुख कीता, जिथे पहला ही किसान मोर्चे ते डटे हुए ने। इन्हां संसद मैंबरां च अकाली दल दे सांसद हरसिमरत कौर बादल सने एनसीपी, टीएमसी अते डीएमके दे सांसद भी शामिल सन। कुछ ही देर बाद गाजीपुर बार्डर ते पहुंच भी गए, पर सामने वड्डी गिनती च पुलिस, बैरीकेडिंग अते कंडियाली तारां दियां कई परतां सन जो संसद मैंबरां अते किसानां विचकार रुकावट बन गईयां। पुलिस ਵੱਲੋਂ सांसदां नूं किसानां नूं मिलन दी इजाजत तक न दित्ती गई अते आखिरकार बिना मुलाकात दे ही संसद मैंबरां नूं वापस परतना पिया। जिस तरह से ये सरकार इन किसानों के साथ बर्ताव कर रही है, ये बॉर्डर पे जो तस्वीरें दिखा रही है, तो मतलब जिस तरह से ऐसे लग रहा है कि पता नहीं कौन वहाँ बैठा है। ये किसान हमारे भाई है, इस देश के बेटे हैं और उनके जो क्या परिस्थिति है, और हम कब से पार्लियामेंट में भी मांग कर रहे हैं कि इस पे चर्चा हो, लेकिन सरकार कह रही है कि जो सरकार हो साथ में चर्चा हो। मेरे ख्याल से ये बहुत ज़्यादा ये मसला बहुत गंभीर है और उस पर अलग से चर्चा होनी चाहिए। पुलिस दे रवैये तो संसद मैंबर काफी निराश नजर आए अते संसद च मुद्दा चुकन दी गल कही। साबका केंद्रीय मंत्री हरसिमरत बादल ने तां इत्थों तक कह दिता कि किसानां नूं सरकार ने बंधक बनाया होया है। किसानां लई हालात जेल तो भी बदतर बने हुए ने। जो एक सबसे बड़ी जो डेमोक्रेसी है, उस डेमोक्रेसी का हमको सबको मान है, लेकिन उस डेमोक्रेसी के राजधानी में 3 किलोमीटर की ऐसे बैरिकेडिंग आप दोनों तरफ से करके अपने ही लोगों का खाना पानी बिजली बंद कर दें और उनको एक तरह से वहां पे जेल में या मरने के लिए छोड़ दें, तो ये नेशनल इशू तो बनना चाहिए। तो इंटरनेशनल तो इनके साथ संवेदना तो दुनिया भर करेगी। विरोधी धिरां किसानां नाल राबता कायम कर रही हैं, पर बीजेपी का कहना है कि ये तां सियासी जमीन लभ रहे ने। देखो ये एक साजिश है, साजिश के तहत सारा काम हो रहा है, बिलों के कोई नुक्स नहीं। मैं कहना चाहना कि विरोध करो जेकर करने वाली चीज हो। मैं नौजवानों को अपील करना, प्रार्थना करदा कि तुसी किसी के पीछे ना लगो। वापस लेने की गल नहीं है, वो जथेबंदियां जिद कर रही है, बिना वजह जिद कर रही है। जो सरकार कानून एक व्यवस्था है और व्यवस्था भी सरकार ने कहा जो मर्जी पवा लो। पंजाब दीयां किसान जथेबंदियां तां पहला ही सियासतदानां दा बायकाट कर चुकीआं अते हुण सियासी धिरां गाजीपुर दे जरिए अंदोलन च एंट्री दी पूरी वाह लगा रही हैं, पर इस एंट्री च रुकावट बन रहे ने पुलिस दे वड्डे वड्डे बैरीकेड। गाजीपुर बार्डर तो पंकज कपाही दे नाल ब्यूरो रिपोर्ट न्यूज़ 18। अगली वड्डी खबर नैशनल इन्वेस्टिगेशन एजेंसी दी रेड दे नाल जुड़ी हुई है। हिजबुल मुजाहिदीन नारको टेस्ट केस दे विच अमृतसर ते गुरदासपुर दे विच नैशनल इन्वेस्टिगेशन एजेंसी ने रेड कीती है। ड्रग तस्कर चीता दा साथी गिरफ्तार किया गया। मोस्ट वांटेड मुलजम मनप्रीत गिरफ्तार किया गया और 20 लाख रुपए दी नकदी ते 130 जिंदा कारतूस भी बरामद किए गए ने। अमृतसर दे एक घर चों मनप्रीत नूं गिरफ्तार किया गया है। कौमांतरी नशा तस्कर चीता ते शेरा दा साथी रणजीत चीता अते इकबाल शेरा पहला ही गिरफ्तार
गिरफ्तार हैं और पिंड काला अफगाना दे नेड़े तेजा खुर्द दा ਇਹ ਰਹਿਣ ਵਾਲਾ ਮਨਪ੍ਰੀਤ ਅੰਮ੍ਰਿਤਸਰ ਦੇ ਵਿੱਚ ਇੱਕ ਕਿਰਾਏ ਦੇ ਮਕਾਨ ਤੇ ਰਹਿ ਰਿਹਾ ਸੀ ਔਰ ਦੁਪਹਿਰ ਵੇਲੇ NIA ਨੇ ਮਕਾਨ ਮਾਲਕ ਤੋਂ ਵੀ ਪੁੱਛਗਿੱਛ ਕੀਤੀ। ਇਸ ਬਾਰੇ 500 ਕਿਲੋ ਹੈਰੋਇਨ ਮਾਮਲੇ ਦੇ ਵਿੱਚ ਗ੍ਰਿਫਤਾਰ ਮਨਪ੍ਰੀਤ ਕੀਤਾ ਗਿਆ ਹੈ। ਤੇ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਵੱਲੋਂ ਅੰਮ੍ਰਿਤਸਰ ਦੇ ਵਿੱਚ ਵੀ ਛਾਪੇਮਾਰੀ ਕੀਤੀ ਗਈ। ਉਸ ਕਿਰਾਏ ਦੇ ਘਰ ਦੇ ਵਿੱਚ ਛਾਪੇਮਾਰੀ ਕੀਤੀ ਗਈ ਜਿੱਥੇ ਕਿ ਇਹ ਮਨਪ੍ਰੀਤ ਨਾਂ ਦਾ ਸ਼ਖਸ ਰਹਿ ਰਿਹਾ ਸੀ, ਆਪਣੇ ਪਰਿਵਾਰ ਦੇ ਨਾਲ ਰਹਿ ਰਿਹਾ ਸੀ ਕੁਝ ਮਹੀਨਿਆਂ ਤੋਂ ਔਰ ਇਸ ਤੇ तमाम ਸੰਗੀਨ ਇਲਜ਼ਾਮ ਲੱਗੇ ਹੋਏ ਨੇ। ਪ੍ਰੈਸ ਰਿਲੀਜ਼ ਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਇੱਕ ਤਾਂ ਇਸ ਘਰ ਦੇ ਵਿੱਚ ਜਿੱਥੇ ਇਸ ਵੇਲੇ ਮੈਂ ਮੌਜੂਦ ਹਾਂ, ਜਿੱਥੇ ਰੇਡ ਕੀਤੀ ਗਈ ਸੀ, ਇਸ ਤੋਂ ਇਲਾਵਾ ਇਸ ਦਾ ਜਿਹੜਾ ਗੁਰਦਾਸਪੁਰ ਦੇ ਵਿੱਚ ਘਰ ਹੈ ਉੱਥੇ ਵੀ ਰੇਡ ਕੀਤੀ ਗਈ ਸੀ। ਤਾਂ ਪੂਰਾ ਪਰਿਵਾਰ ਇਸ ਘਰ ਦੇ ਅੰਦਰ ਹੀ ਮੌਜੂਦ ਹੈ ਔਰ ਇੱਥੋਂ ਹੀ ਗ੍ਰਿਫਤਾਰੀ ਜਿਹੜੀ ਹੈ ਉਹ ਕੀਤੀ ਗਈ ਹੈ ਔਰ ਦੁਪਹਿਰ ਤੋਂ ਬਾਅਦ ਜਿਹੜਾ NIA ਦੇ ਸੀਨੀਅਰ ਅਧਿਕਾਰੀ ਨੇ ਉਹਨਾਂ ਵੱਲੋਂ ਇਸ ਦੀ ਪੁਸ਼ਟੀ ਕਰ ਦਿੱਤੀ ਗਈ ਹੈ। ਤਾਂ ਇਸ ਤੋਂ ਅਗਲੀ ਕੀ ਕਾਰਵਾਈ ਹੋਏਗੀ, ਕਿਉਂਕਿ ਹਾਲੇ ਤੱਕ ਉਸ ਨੂੰ ਗ੍ਰਿਫਤਾਰੀ ਤੋਂ ਬਾਅਦ ਇੱਥੋਂ ਲਿਜਾਇਆ ਨਹੀਂ ਗਿਆ, ਤਾਂ ਅਸੀਂ ਕਹਿ ਸਕਦੇ ਹਾਂ ਕਿ ਇੱਕ ਲੰਬੀ ਪੁੱਛਗਿੱਛ ਜਿਹੜੀ ਹੈ ਉਹ ਕੀਤੀ ਜਾ ਰਹੀ, ਕਿਉਂਕਿ 2020 ਦੇ ਵਿੱਚ ਜਿਹੜੀ FIR ਦਰਜ ਹੁੰਦੀ ਹੈ ਉਸ ਦੇ ਵਿੱਚ ਮਨਪ੍ਰੀਤ ਸਿੰਘ ਦਾ ਨਾਮ ਸਾਹਮਣੇ ਆਉਂਦਾ ਔਰ ਅੱਜ ਉਸ ਦੀ ਗ੍ਰਿਫਤਾਰੀ ਕੀਤੀ ਜਾਂਦੀ ਹੈ। ਤਾਂ ਇਸ ਨੈਟਵਰਕ ਦੇ ਵਿੱਚ ਹੋਰ ਕੌਣ-ਕੌਣ ਲੋਕ ਸ਼ਾਮਲ ਨੇ ਜਾਂ ਦੇਸ਼ ਵਿਰੋਧੀ ਜਿਹੜੀਆਂ ਗਤੀਵਿਧੀਆਂ ਨੇ ਉਹ ਕਿਸ ਤਰੀਕੇ ਦੇ ਨਾਲ ਅੰਮ੍ਰਿਤਸਰ ਦੇ ਵਿੱਚ ਜਾਂ ਗੁਰਦਾਸਪੁਰ, ਕਿਉਂਕਿ ਇਹ ਬਾਰਡਰ ਡਿਸਟ੍ਰਿਕਟ ਨੇ, ਸਾਰੀਆਂ ਬਾਰਡਰ ਦੇ ਨਾਲ ਲੱਗਦੇ ਜਿਹੜੇ ਜ਼ਿਲ੍ਹੇ ਨੇ, ਤਾਂ ਇਹਨਾਂ ਦੇ ਵਿੱਚ ਪਹਿਲਾਂ ਵੀ ਅਜਿਹੀਆਂ ਕਾਰਵਾਈਆਂ ਜਿਹੜੀਆਂ ਦੇ ਵਿੱਚ ਸ਼ਾਮਲ ਰਹਿਣ ਵਾਲੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਰਿਹਾ ਹੈ। ਪਰ NIA ਵੱਲੋਂ ਇੱਕ ਵੱਡੀ ਗ੍ਰਿਫਤਾਰੀ ਕੀਤਾ ਜਾਣਾ, ਇਸ ਦੇ ਨਾਲ ਹੀ ਜਿਸ ਤਰ੍ਹਾਂ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਸਦਰ ਥਾਣਾ ਜੋ ਕਿ ਅੰਮ੍ਰਿਤਸਰ ਪੁਲਿਸ ਦੇ ਅਧੀਨ ਆਉਂਦਾ, ਉਸ ਵੱਲੋਂ 29 ਲੱਖ ਰੁਪਏ ਦੇ ਨਾਲ ਇੱਕ ਕਸ਼ਮੀਰੀ ਜੋ ਕਿ ਹਿਜ਼ਬੁਲ ਮੁਜਾਹਿਦੀਨ ਦਾ ਹੀ ਕਮਾਂਡਰ ਸੀ, ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਔਰ ਉਸ ਤੋਂ ਬਾਅਦ ਜਿਹੜਾ ਉਹ ਕੇਸ ਸੀ ਉਹਦੇ ਵਿੱਚ 11 ਲੋਕਾਂ ਨੂੰ ਜੋ ਚਾਰਜ ਸ਼ੀਟ ਵੀ ਕੀਤਾ ਜਾ ਚੁੱਕਾ ਹੈ ਔਰ ਜਿਹੜੀ ਮੋਹਾਲੀ ਦੇ ਵਿੱਚ NIA ਦੀ ਕੋਰਟ ਹੈ। ਉਸ ਤੋਂ ਬਾਅਦ ਜਿਹੜੀ ਅੱਗੇ ਦੀ ਜਾਂਚ ਸੀ ਉਸ ਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਮਨਪ੍ਰੀਤ ਸਿੰਘ ਨਾਮ ਦਾ ਸ਼ਖਸ ਜਿਹੜਾ ਉਹ NIA ਨੂੰ ਲੋੜੀਂਦਾ ਇਸ ਮਾਮਲੇ ਦੇ ਵਿੱਚ ਔਰ NIA ਦੀਆਂ ਟੀਮਾਂ ਪਿਛਲੇ ਕਈ ਦਿਨਾਂ ਤੋਂ ਇਸ ਕਾਰਵਾਈ ਦੇ ਵਿੱਚ ਲੱਗੀਆਂ ਹੋਈਆਂ ਸੀ ਔਰ ਅੱਜ ਜਿੱਦਾਂ ਸਵੇਰੇ ਉਹਨਾਂ ਨੂੰ ਜਾਣਕਾਰੀ ਮਿਲੀ ਕਿ ਮਨਪ੍ਰੀਤ ਸਿੰਘ ਲੋਹਾਰਕਾ ਰੋਡ ਦੇ ਇਸ ਘਰ ਦੇ ਵਿੱਚ ਮੌਜੂਦ ਹੈ ਤਾਂ ਉਹਨਾਂ ਵੱਲੋਂ ਇੱਥੇ ਦਬਿਸ਼ ਦਿੱਤੀ ਗਈ ਔਰ ਸਵੇਰ ਤੋਂ ਲਗਾਤਾਰ ਜਿਹੜੀ ਪੁੱਛਗਿੱਛ ਹੈ ਹੁਣ ਤੱਕ ਵੀ ਜਾਰੀ ਹੈ। ਫਿਲਹਾਲ ਇਸ ਪੂਰੇ ਘਟਨਾਕ੍ਰਮ ਤੇ ਵਧੇਰੇ ਜਾਣਕਾਰੀ ਵਾਸਤੇ ਮੇਰੇ ਸਹਿਯੋਗੀ ਰਾਜੀਵ ਸ਼ਰਮਾ ਸਾਡੇ ਨਾਲ ਅੰਮ੍ਰਿਤਸਰ ਤੋਂ ਜੁੜ ਚੁੱਕੇ ਨੇ। ਰਾਜੀਵ, ਗੁਰਪ੍ਰੀਤ ਸਿੰਘ ਜਿਸ ਦੀ ਗ੍ਰਿਫਤਾਰੀ ਬੀਤੇ ਦਿਨ ਹੋਈ ਹੈ, ਮਨਪ੍ਰੀਤ ਸਿੰਘ ਮਾਫ ਕਰਨਾ, ਜਿਸ ਦੀ ਗ੍ਰਿਫਤਾਰੀ ਬੀਤੇ ਦਿਨ ਹੋਈ ਹੈ ਹਿਜ਼ਬੁਲ ਮੁਜਾਹਿਦੀਨ ਨਾਰਕੋ ਟੈਸਟ ਕੇਸ ਦੇ ਨਾਲ, ਇਸ ਸ਼ਖਸ ਦਾ ਕੀ ਕੁਝ ਸੰਪਰਕ ਹੈ? ਜੀ ਹਾਂ, ਦੇਖੋ ਜਿਹੜੀ ਕੱਲ ਜਾਣਕਾਰੀ NIA ਵੱਲੋਂ ਟਵੀਟ ਕਰਕੇ ਦਿੱਤੀ ਗਈ ਸੀ, ਇੱਕ ਬਕਾਇਦਾ ਪ੍ਰੈਸ ਨੋਟ ਉਹਨਾਂ ਵੱਲੋਂ ਜਾਰੀ ਕੀਤਾ ਗਿਆ ਸੀ, ਉਸ ਦੇ ਵਿੱਚ ਉਹਨਾਂ ਨੇ ਇੱਕ ਜਿਹੜਾ ਸ਼ਬਦ ਵਰਤਿਆ ਕਿ ਇਹ ਜੋ ਮਨਪ੍ਰੀਤ ਸਿੰਘ ਹੈ ਇਹ ਹਵਾਲਾ ਆਪਰੇਟਰ ਜੋ ਹੈ ਉਸ ਦੇ ਤੌਰ ਤੇ ਕੰਮ ਕਰਦਾ ਸੀ, ਯਾਨੀ ਕਿ ਵਿਦੇਸ਼ਾਂ ਤੋਂ ਜਿਹੜਾ ਪੈਸਾ ਆਉਂਦਾ ਸੀ ਉਸ ਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਪਾਕਿਸਤਾਨ ਤੋਂ ਨਸ਼ਾ ਜਿਹੜਾ ਭਾਰਤ ਦੇ ਵਿੱਚ ਭੇਜਿਆ ਜਾ ਰਿਹਾ, ਕਿਸ ਤਰੀਕੇ ਦੇ ਨਾਲ ਪੂਰਾ ਨੈਟਵਰਕ ਚੱਲ ਰਿਹਾ। ਤਾਂ ਕੱਲ ਸਵੇਰੇ 7:30 ਵਜੇ ਜਿਹੜੀ ਰੇਡ ਸ਼ੁਰੂ ਹੋਈ ਸੀ, ਰਾਤ ਕਰੀਬ 10:30 ਵਜੇ ਤੱਕ ਚੱਲੀ ਔਰ 10:30 ਵਜੇ ਤੋਂ ਬਾਅਦ NIA ਦੀ ਟੀਮ ਜੋ ਹੈ ਉਹ ਮਨਪ੍ਰੀਤ ਨੂੰ ਆਪਣੇ ਨਾਲ ਲੈ ਕੇ ਚਲੀ ਗਈ। ਇਸ ਤੋਂ ਇਲਾਵਾ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਮਨਪ੍ਰੀਤ ਸਿੰਘ ਜੋ ਹੈ ਉਹ ਗੁਰਦਾਸਪੁਰ ਦੇ ਇੱਕ ਛੋਟੇ ਜਿਹੇ ਪਿੰਡ ਦਾ ਰਹਿਣ ਵਾਲਾ ਹੈ, ਪਰ ਅੰਮ੍ਰਿਤਸਰ ਦੇ ਵਿੱਚ ਰਹਿ ਰਿਹਾ ਸੀ। ਤਾਂ ਅੰਮ੍ਰਿਤਸਰ ਦੇ ਵਿੱਚ ਹੋਰ ਕੌਣ ਲੋਕ ਉਸ ਦੇ ਨਾਲ ਸ਼ਾਮਲ ਸੀ, ਕਿਉਂਕਿ ਜੇਕਰ ਕੱਲ ਸਵੇਰੇ NIA ਦੀ ਟੀਮ ਉੱਥੇ ਭਾਰੀ ਪੁਲਿਸ ਬਲ ਦੇ ਨਾਲ ਪਹੁੰਚਦੀ ਹੈ ਤਾਂ ਇਸ ਦਾ ਮਤਲਬ ਹੈ ਕਿ ਉਹ ਕਾਫੀ ਦਿਨਾਂ ਤੋਂ ਇਸ ਦਾ ਜੋ ਹੈ ਇਸ ਦੀ ਰੇਕੀ ਕਰ ਰਹੀ ਸੀ, ਇਸ ਦਾ ਪਿੱਛਾ ਕਰ ਰਹੀ ਸੀ ਕਿ ਆਖਿਰਕਾਰ ਇਹ ਕਿੱਥੇ ਰਹਿੰਦਾ ਹੈ, ਕਿਹੜੇ ਲੋਕ ਇਸ ਦੇ ਸੰਪਰਕ ਦੇ ਵਿੱਚ ਨੇ। ਤਾਂ ਇਹ ਜਿਹੜੀ ਜਾਣਕਾਰੀ ਕੱਲ ਦਿੱਤੀ ਗਈ ਸੀ ਕਿ ਇਸ ਦੇ ਕੋਲੋਂ 20 ਲੱਖ ਰੁਪਈਆ ਜਿਹੜਾ ਉਹ ਬਰਾਮਦ ਕੀਤਾ ਗਿਆ। ਇਸ ਦੇ ਇਲਾਵਾ ਇਹ ਵੀ ਜਾਣਕਾਰੀ ਮਿਲੀ ਸੀ ਕਿ ਜਦੋਂ ਸਵੇਰੇ NIA ਦੀ ਟੀਮ ਇਸ ਦੇ ਘਰ ਪਹੁੰਚੀ ਤਾਂ ਇਸ ਨੇ ਕੁਝ ਜਿਹੜੇ ਦਸਤਾਵੇਜ਼ ਨੇ, ਕੁਝ ਜਾਂ ਐਸੀ ਜਿਹੜੀ ਸਮੱਗਰੀ ਹੈ ਉਸ ਨੂੰ ਫਲਸ਼ ਕਰਨ ਦੀ ਵੀ ਕੋਸ਼ਿਸ਼ ਕੀਤੀ। ਉਸ ਤੋਂ ਬਾਅਦ ਜੋ ਹੈ ਕਾਫੀ ਲੰਬਾ ਸਮਾਂ ਕੁਝ ਪਲੰਬਰ ਵੀ ਉੱਥੇ ਮੰਗਵਾਏ ਗਏ ਔਰ ਪੂਰੇ ਘਰ ਦੀ ਜਿਹੜੀ ਅਸੀਂ ਕਹਿ ਸਕਦੇ ਹਾਂ ਕਿ ਇੱਕ ਜਿਹੜੀ ਚੀਜ਼ ਹੈ ਚੱਪਾ ਜੇ ਉਸ ਦੀ ਛਾਣਬੀਨ ਕਰਨ ਤੋਂ ਬਾਅਦ ਕਈ ਘੰਟੇ ਜਿਹੜੀ ਚੱਲਣ ਤੋਂ ਬਾਅਦ ਰਾਤ ਨੂੰ ਜੋ ਹੈ 10:30 ਵਜੇ ਦੇ ਕਰੀਬ ਇਸ ਨੂੰ ਨਾਲ ਲਿਜਾਇਆ ਗਿਆ ਔਰ ਇਹ ਜ਼ਰੂਰ ਇਸ਼ਾਰਾ ਕੀਤਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮਨਪ੍ਰੀਤ ਦੀ ਤੇ ਜਿਹੜੀ ਪੁੱਛਗਿੱਛ ਹੈ ਇਸ ਦੇ ਨਾਲ ਹੋਰ ਵੀ ਕੁਝ ਜਿਹੜੇ ਲੋਕ ਨੇ ਉਹ ਵੀ ਜਿਹੜੇ ਆ ਉਹਨਾਂ ਦਾ ਵੀ ਜਿਹੜਾ ਪਰਦਾ ਜਲਦੀ NIA ਵੱਲੋਂ ਪਾਸ਼ ਕੀਤਾ ਜਾ ਸਕਦਾ ਹੈ। ਜੀ ਰਾਜੀਵ, ਜਿਸ ਤਰ੍ਹਾਂ ਤੁਸੀਂ ਕਹਿ ਰਹੇ ਸੀ ਕਿ ਕਈ ਮਹੀਨਿਆਂ ਤੋਂ ਇਸ ਕਿਰਾਏ ਵਾਲੇ ਘਰ ਦੇ ਵਿੱਚ ਰਹਿ ਰਿਹਾ ਸੀ ਅੰਮ੍ਰਿਤਸਰ ਦੇ ਵਿੱਚ, ਤਾਂ ਇਸ ਬਾਰੇ ਥੋੜਾ ਹੋਰ ਬੈਕਗ੍ਰਾਉਂਡਿੰਗ ਇਸ ਦੀ ਜਾਣਨਾ ਚਾਹਾਂਗੇ। ਤੁਸੀਂ ਕਹਿ ਰਹੇ ਹੋ ਗੁਰਦਾਸਪੁਰ ਦਾ ਰਹਿਣ ਵਾਲਾ ਸੀ ਤੇ ਅੰਮ੍ਰਿਤਸਰ ਦੇ ਵਿੱਚ ਇਹ ਕੀ ਕੁਝ ਕੰਮ ਕਰ ਰਿਹਾ ਸੀ, ਕਿਹੜੀ ਜੌਬ ਤੇ ਸੀ ਔਰ ਇਸ ਦੇ ਪਰਿਵਾਰ ਦੇ ਬਾਰੇ ਕੀ ਕੁਝ ਸਟੇਟਸ ਹੈ, ਪਰਿਵਾਰ ਦੇ ਵਿੱਚ ਕੌਣ ਮੌਜੂਦ ਨੇ? ਜਿੱਥੋਂ ਤੱਕ ਇੱਥੇ ਇਸ ਘਰ ਦੇ ਵਿੱਚ ਰਹਿਣ ਦਾ ਸਵਾਲ ਹੈ ਤਾਂ ਇਹ ਆਪਣੇ ਪਰਿਵਾਰ ਸਮੇਤ ਆਪਣੀ ਪਤੀ ਅਤੇ 3 ਬੇਟੀਆਂ ਦੱਸੀਆਂ ਜਾ ਰਹੀਆਂ ਨੇ, ਇਸ ਦੇ 3 ਬੱਚੇ ਨੇ, ਉਹਨਾਂ ਦੇ ਨਾਲ ਇੱਥੇ ਰਹਿੰਦਾ ਸੀ ਔਰ ਆਸ-ਪਾਸ ਦੇ ਲੋਕਾਂ ਦੇ ਮੁਤਾਬਕ ਇਹ ਪ੍ਰਾਪਰਟੀ ਦਾ ਕੰਮ ਕਰਦਾ ਸੀ। ਪਰ ਜਦੋਂ ਘਰ ਦੇ ਜਿਹੜੇ ਮਾਲਕ ਮਕਾਨ ਨੇ ਉਹਨਾਂ ਨੂੰ NIA ਵੱਲੋਂ
ਪੁੱਛਗਿੱਛ ਦੇ ਲਈ ਜਦੋਂ ਸੱਦਿਆ ਗਿਆ, ਉਹਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਇਸ ਨੇ ਇਹ ਦੱਸਿਆ ਸੀ ਕਿ ਇਹ ਐਗਰੀਕਲਚਰ ਯਾਨੀ ਕਿ ਖੇਤੀਬਾੜੀ ਦੇ ਨਾਲ ਜੁੜਿਆ ਹੋਇਆ ਔਰ ਆਪਣੇ ਪਰਿਵਾਰ ਦੇ ਨਾਲ ਸ਼ਹਿਰ ਦੇ ਵਿੱਚ ਰਹਿ ਰਿਹਾ, ਕਿਉਂਕਿ ਬੱਚੇ ਉਹਨਾਂ ਦੇ ਸ਼ਹਿਰ ਦੇ ਵਿੱਚ ਪੜ੍ਹਦੇ ਨੇ। ਤਾਂ ਪਿਛਲੇ ਕੁਝ 4-5 ਮਹੀਨਿਆਂ ਤੋਂ ਹੀ ਇਸ ਘਰ ਨੂੰ ਜੋ ਹੈ ਇਸ ਵੱਲੋਂ ਕਿਰਾਏ ਤੇ ਲਿਆ ਗਿਆ ਸੀ ਔਰ ਇਸ ਦੇ ਕੋਲ ਇੱਕ ਜਿਹੜੀ ਵਰਨਾ ਕਾਰ ਹੈ ਉਸ ਨੂੰ ਵੀ ਉਸ FIR ਦੇ ਵਿੱਚ ਜੋ ਹੈ ਦੱਸਿਆ ਗਿਆ ਕਿ ਉਸ ਦੀ ਜਿਹੜੀ ਕਾਰ ਹੈ ਉਸ ਦੇ ਵਿੱਚੋਂ ਵੀ ਕੁਝ ਆਪੱਤੀਜਨਕ ਚੀਜ਼ਾਂ ਮਿਲੀਆਂ ਨੇ, ਇਸ ਕਰਕੇ ਉਸ ਗੱਡੀ ਨੂੰ ਵੀ ਕਬਜ਼ੇ ਦੇ ਵਿੱਚ ਲੈ ਲਿਆ ਗਿਆ। ਤਾਂ ਹੁਣ ਅੱਗੇ ਦੀ ਜਿਹੜੀ ਪੁੱਛਗਿੱਛ ਹੈ ਉਹ ਜਾਰੀ ਹੈ, ਉਸ ਤੋਂ ਬਾਅਦ ਕੀ ਖੁਲਾਸੇ ਹੁੰਦੇ ਨੇ ਉਸ ਦਾ ਇੰਤਜ਼ਾਰ ਕੀਤਾ ਜਾ ਰਿਹਾ। ਜੀ ਫਿਲਹਾਲ ਸ਼ੁਕਰੀਆ ਰਾਜੀਵ ਇਸ ਖਬਰ ਤੇ तमाम ਜਾਣਕਾਰੀ ਵਾਸਤੇ। ਤੇ ਤੁਹਾਨੂੰ ਦੱਸ ਦੇ ਕਿ ਮੋਸਟ ਵਾਂਟਡ ਇਹ ਮੁਲਜ਼ਮ ਸੀਗਾ ਮਨਪ੍ਰੀਤ, ਜਿਸ ਦੀ ਗ੍ਰਿਫਤਾਰੀ ਬੀਤੇ ਦਿਨ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਵੱਲੋਂ ਕੀਤੀ ਗਈ। ਛਾਪੇਮਾਰੀ ਕਾਫੀ ਘੰਟੇ ਤੱਕ ਚੱਲੀ ਔਰ ਕਈ ਕੁਝ ਸਮੱਗਰੀਆਂ ਇਸ ਦੇ ਘਰ ਤੋਂ ਮਿਲੀਆਂ ਨੇ ਔਰ ਜਿਸ ਦੌਰਾਨ NIA ਛਾਪੇਮਾਰੀ ਕਰਨ ਇਸ ਦੇ ਘਰ ਪਹੁੰਚੀ ਤਾਂ ਉਸ ਵੇਲੇ ਕੁਝ ਡਾਕੂਮੈਂਟਸ ਵੀ ਇਸ ਵੱਲੋਂ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਡਾਕੂਮੈਂਟਸ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਦੇ ਇਲਾਵਾ ਇਹ ਕੁਝ ਮਹੀਨਿਆਂ ਤੋਂ ਕਿਰਾਏ ਦੇ ਮਕਾਨ ਦੇ ਵਿੱਚ ਹੀ ਅੰਮ੍ਰਿਤਸਰ ਦੇ ਵਿੱਚ ਰਹਿ ਰਿਹਾ ਸੀ। ਅਗਲੀ ਵੱਡੀ ਖਬਰ ਬੇਅਦਬੀ ਮਾਮਲਿਆਂ ਦੇ ਨਾਲ ਜੁੜੀ ਹੋਈ ਹੈ। ਬੇਅਦਬੀ ਮਾਮਲਿਆਂ ਦੀ ਜਾਂਚ ਹੁਣ ਪੰਜਾਬ ਪੁਲਿਸ ਕਰੇਗੀ। CBI ਨੇ ਪੰਜਾਬ ਪੁਲਿਸ ਨੂੰ ਆਪਣੀ ਜਾਂਚ ਸੌਂਪ ਦਿੱਤੀ ਹੈ। ਪੰਜਾਬ ਪੁਲਿਸ ਨੂੰ ਸੌਂਪੇ ਸੰਬੰਧਿਤ ਕਾਗਜ਼ਾਤ ਔਰ ਕੈਪਟਨ ਅਮਰਿੰਦਰ ਸਿੰਘ ਦਾ ਅਕਾਲੀ ਦਲ ਤੇ ਵੀ ਇਸ ਦੌਰਾਨ ਇਲਜ਼ਾਮ ਉਹਨਾਂ ਵੱਲੋਂ ਮੜੇ ਗਏ ਨੇ। ਅਕਾਲੀ ਦਲ ਦੀ ਵਜ੍ਹਾ ਦੇ ਨਾਲ ਇਹ ਸਾਰੀ ਜਾਂਚ ਰੁਕੀ ਹੋਈ ਸੀ। ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਗੱਲ ਕਹੀ ਗਈ। ਟਵਿੱਟਰ ਤੋਂ ਬਾਅਦ ਪੰਜਾਬ ਪੁਲਿਸ ਨੂੰ ਇਹ ਜਾਂਚ ਮਿਲੀ ਹੈ ਤੇ ਇਸ ਤੋਂ ਪਹਿਲਾਂ ਵੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਾਰ-ਵਾਰ ਤੇ ਇੱਕ ਵਾਰ ਸਿੱਧੇ ਤੁਹਾਨੂੰ ਲੈ ਚੱਲਦੇ ਆ ਰਾਜ ਸਭਾ, ਜਿੱਥੇ ਕਿ ਲਗਾਤਾਰ ਬਜਟ ਸੈਸ਼ਨ ਚੱਲ ਰਿਹਾ ਔਰ ਇਸ ਦੌਰਾਨ ਕੈਬਨਿਟ ਮੰਤਰੀ प्रताप बाजवा बोलते हुए नजर आ रहे हैं। नेशनलिस्ट लोग हैं, आप उनको भी तोड़ना चाहते हो, उनको भी डराना चाहते हो, उनको भी धमकाना चाहते हो, ये कभी नहीं चलेगा। और पंजाबी और सिख विशेषतौर प्यार से तो बात आपकी मान सकते हैं, डर से, डरावे से, बंदूक से, तोप से ये डरने वाली कौमें नहीं। इन्होंने तो सारी हिस्ट्री ही शहादत की है। तो मेरी गुजारिश है, ये ब्लैक लॉज वापस लीजिए, ये काले कानून वापस लीजिए। प्रधानमंत्री जी आप कहते हो मैं एक कॉल अवे हूं, भाई किसी के पास आपका नंबर है? किसके पास आपका नंबर है? आप क्यों नहीं इन किसान जथेबंदियों को, ये मेंबर्स ऑफ पार्लियामेंट, इनको साथ लेकर चलिए, हम चलते हैं आपके साथ। आओ, आपके जय जयकार के वहां नारे लगवाएंगे। आप इन कानूनों को वापस लीजिए। आप 1.5 साल के बाद नए कानून लाइए, सिलेक्ट कमेटी में भेजिए। जितने स्टेक होल्डर्स हैं, किसान जथेबंदियां हैं, किसान हैं, मेंबर्स ऑफ पार्लियामेंट हैं, चीफ मिनिस्टर हैं, हमारे एग्रीकल्चर साइंटिस्ट हैं, उनको कहिए खेती के लिए, किसानों के लिए कौन सी सबसे बेहतरीन कानून है। कॉर्पोरेट्स के लिए नहीं, कॉर्पोरेट्स को हम बेनिफिट नहीं देंगे, हम किसानों के बेनिफिट के लिए कानून लाओ, हम आगे होकर आपकी मदद करेंगे। आओ एक नई इतिहास की सृजना करें। मैं इतना ही कहता हुआ एक लास्ट में जस्ट धन्यवाद प्लीज बाजवा जी, एक बस मैंने किसानों के लिए, पंजाब के किसानों के लिए एक छोटी सी कविता लिखी है, वो पढ़कर इजाजत ले लूंगा। कहते ने चीर देंदे ने पहाड़, हुंदा जिन्हां नूं जनून, रह के मंजिला तो दूर किथे मिलता है सुकून। हारदे नहीं हुंदे मर्द दलेर, बस हौसला बना के तुसी किसान वीरो रखियो, असी जितांगे जरूर, जंग जारी रखियो, असी जितांगे जरूर, जंग जारी रखियो। जय हिंद, जय जवान, जय किसान, ते वाहेगुरु जी का धन्यवाद। वाहेगुरु जी। प्रताप सिंह बाजवा जी, तुसी अपनी भाषा विच बोलिया, धन्यवाद। Your language, our language. Sri Rakesh Sinha ji, 15 minutes. Please keep it. I would request every one of the members, please. ਤੇ ਰਾਜ ਸਭਾ ਮੈਂਬਰ ਪ੍ਰਤਾਪ ਬਾਜਵਾ ਨੂੰ ਤੁਸੀਂ ਸੁਣ ਰਹੇ ਸੀ, ਜਿਨ੍ਹਾਂ ਵੱਲੋਂ ਕਿਸਾਨ ਅੰਦੋਲਨ ਦਾ ਮਸਲਾ ਜ਼ੋਰਾ ਸ਼ੋਰਾ ਦੇ ਨਾਲ ਚੁੱਕਿਆ ਗਿਆ ਔਰ ਇੱਕ ਕਵਿਤਾ ਦੇ ਰਾਹੀਂ ਵੀ ਉਹਨਾਂ ਨੇ ਕਿਸਾਨ ਅੰਦੋਲਨ ਦੇ ਵਿੱਚ ਸਮਰਥਨ ਦੇ ਵਿੱਚ ਆਪਣੀ ਆਵਾਜ਼ ਬੁਲੰਦ ਕੀਤੀ ਔਰ ਸਾਫ਼ ਤੌਰ ਤੇ ਕਿਹਾ। ਨਿਸ਼ਾਨੇ ਵੀ ਸਾਧੇ ਗਏ ਨੇ ਪ੍ਰਧਾਨ ਮੰਤਰੀ ਮੋਦੀ ਤੇ, ਜਿਨ੍ਹਾਂ ਵੱਲੋਂ ਇਹ ਸਟੇਟਮੈਂਟ ਦਿੱਤੀ ਗਈ ਸੀ ਕਿ ਮੈਂ ਮਹਿਜ਼ ਇੱਕ ਕਾਲ ਦੀ ਦੂਰੀ ਤੇ ਹਾਂ, ਸਿਰਫ ਇੱਕ ਫੋਨ ਕਾਲ ਔਰ ਅਸੀਂ ਫਿਰ ਤੋਂ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਸਕਦੇ ਹਾਂ, ਮੀਟਿੰਗ ਫਿਰ ਤੋਂ ਰੱਖੀ ਜਾ ਸਕਦੀ ਹੈ ਔਰ ਕਿਸਾਨ ਔਰ ਕੇਂਦਰ ਸਰਕਾਰ ਦੇ ਵਿੱਚ ਗੱਲਬਾਤ ਫਿਰ ਤੋਂ ਸ਼ੁਰੂ ਹੋ ਸਕਦੀ ਹੈ।
और उसते भी सवाल लगातार राज सभा मैंबर प्रताप बाजवा ਵੱਲੋਂ ਚੁੱਕੇ ਗਏ ਨੇ ਕਿ ਜੇਕਰ ਤੁਸੀਂ ਇਹ ਕਹਿੰਦੇ ਹੋ ਕਿ ਮਹਿਜ਼ ਮੈਂ ਇੱਕ ਕਾਲ ਅਵੇ ਆ, ਇੱਕ ਫੋਨ ਕਾਲ ਦੀ ਦੂਰੀ ਤੇ ਆ, ਤੇ ਤੁਹਾਡਾ ਨੰਬਰ ਸ਼ਾਇਦ ਕਿਸੇ ਕੋਲ ਵੀ ਨਹੀਂ ਹੋਣਾ, ਤੇ तमाम ਤਰ੍ਹਾਂ ਦੇ ਸਵਾਲ ਜਿਹੜੇ ਨੇ ਉਹ ਰਾਜ ਸਭਾ ਮੈਂਬਰ ਪ੍ਰਤਾਪ ਬਾਜਵਾ ਵੱਲੋਂ ਚੁੱਕੇ ਗਏ। ਇਸ ਦੇ ਨਾਲ ਹੀ ਲਗਾਤਾਰ ਕਿਸਾਨ ਮਸਲੇ ਨੂੰ ਲੈ ਕੇ ਉਹਨਾਂ ਵੱਲੋਂ ਕਿਹਾ ਗਿਆ ਕਿ ਖੇਤੀ ਕਾਨੂੰਨ ਹਰ ਹਾਲ ਦੇ ਵਿੱਚ ਰੱਦ ਹੋਣੇ ਚਾਹੀਦੇ ਨੇ। ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਬਜਟ ਸੈਸ਼ਨ ਚੱਲ ਰਿਹਾ ਹੈ ਔਰ ਬਜਟ ਸੈਸ਼ਨ ਨੂੰ ਲੈ ਕੇ ਲਗਾਤਾਰ ਹੰਗਾਮੇ ਭਰਿਆ ਮਾਹੌਲ ਦੇਖਿਆ ਜਾ ਸਕਦਾ ਹੈ, ਭਾਵੇਂ ਉਹ ਰਾਜ ਸਭਾ ਹੋਵੇ ਭਾਵੇਂ ਉਹ ਲੋਕ ਸਭਾ ਹੋਵੇ। ਔਰ ਜਿਸ ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਸੀ ਕਿ ਇਸ ਵਾਰ ਦਾ ਬਜਟ ਸੈਸ਼ਨ ਬੇहद ਹੰਗਾਮੇ ਭਰਿਆ ਰਹਿਣ ਵਾਲਾ ਹੈ ਔਰ ਜਦੋਂ ਤੋਂ ਇਹ ਸੈਸ਼ਨ ਦੀ ਸ਼ੁਰੂਆਤ ਹੋਈ ਹੈ ਤੇ ਲਗਾਤਾਰ ਹਰ ਰੋਜ਼ ਮੁਲਤਵੀ ਕਰਨਾ ਪੈ ਰਿਹਾ ਸੈਸ਼ਨ, ਕਿਉਂਕਿ ਵਿਰੋਧੀ ਦਲਾਂ ਵੱਲੋਂ, ਵਿਰੋਧੀ ਦਲ ਦੇ ਆਗੂਆਂ ਵੱਲੋਂ ਲਗਾਤਾਰ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਔਰ ਕਿਸਾਨੀ ਸਮਰਥਨ ਦੇ ਵਿੱਚ ਇਹ ਸਾਰੇ ਵਿਰੋਧੀ ਦਲਾਂ ਵੱਲੋਂ ਆਵਾਜ਼ ਉਠਾਈ ਜਾ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਰਾਜ ਸਭਾ ਦੇ ਵਿੱਚ ਕਿਸਾਨ ਅੰਦੋਲਨ ਤੇ ਚਰਚਾ ਜਾਰੀ ਹੈ। ਦਿੱਲੀ ਹਿੰਸਾ ਦੇ ਮੁਲਜ਼ਮ ਦੀਪ ਸਿੱਧੂ ਦਾ ਵੀ ਇਸ ਦੌਰਾਨ ਮੁੱਦਾ ਚੁੱਕਿਆ ਗਿਆ। ਰਾਜ ਸਭਾ ਦੇ ਵਿੱਚ ਸ਼ਿਵ ਸੈਨਾ ਸੰਸਦ ਸੰਜੇ ਰਾਉਤ ਬੋਲੇ ਨੇ ਔਰ ਦੀਪ ਸਿੱਧੂ ਅਜੇ ਤੱਕ ਕਿਉਂ ਨਹੀਂ ਫੜਿਆ ਗਿਆ। ਸੰਜੇ ਰਾਉਤ ਵੱਲੋਂ ਇਹ ਗੱਲ ਕਹੀ ਗਈ, ਦੀਪ ਸਿੱਧੂ ਦੀ ਵਜ੍ਹਾ ਦੇ ਕਰਕੇ 200 ਕਿਸਾਨ ਜੇਲ੍ਹਾਂ ਦੇ ਵਿੱਚ ਬੰਦ ਨੇ ਔਰ 26 ਜਨਵਰੀ ਤੋਂ ਬਾਅਦ 100 ਜਵਾਨ ਲਾਪਤਾ ਹੋਏ ਨੇ। ਸੰਜੇ ਰਾਉਤ ਵੱਲੋਂ ਇਹ ਗੱਲ ਕਹੀ ਗਈ, ਮੁਲਜ਼ਮਾਂ ਦੀ ਥਾਂ ਬੇਗੁਨਾਹਾਂ ਨੂੰ ਫੜ ਰਹੀ ਹੈ ਸਰਕਾਰ। ਤਾਂ ਸ਼ਿਵ ਸੈਨਾ ਦੇ ਇਹ ਆਗੂ ਜਿਨ੍ਹਾਂ ਵੱਲੋਂ ਇਹ ਗੱਲ ਕਹੀ ਗਈ ਔਰ ਰਾਜ ਸਭਾ ਦੇ ਵਿੱਚ ਬੇहद ਹੰਗਾਮਾ ਦੇਖਣ ਨੂੰ ਮਿਲ ਰਿਹਾ ਹੈ। ਲਗਾਤਾਰ ਵਿਰੋਧੀ ਦਲਾਂ ਦੇ ਆਗੂ ਆਪਣੀ ਆਪਣੀ ਆਵਾਜ਼ ਚੁੱਕ ਰਹੇ ਨੇ ਔਰ ਕਿਸਾਨੀ ਅੰਦੋਲਨ ਦੇ ਵਿੱਚ ਉਹਨਾਂ ਵੱਲੋਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਦਿੱਲੀ ਹਿੰਸਾ ਦੇ ਮੁਲਜ਼ਮ ਦੀਪ ਸਿੱਧੂ ਦਾ ਵੀ ਮੁੱਦਾ ਚੁੱਕਿਆ ਗਿਆ ਹੈ। ਰਾਜ ਸਭਾ ਦੇ ਵਿੱਚ ਸ਼ਿਵ ਸੈਨਾ ਸਾਂਸਦ ਸੰਜੇ ਰਾਉਤ ਬੋਲੇ ਨੇ ਕਿ ਦੀਪ ਸਿੱਧੂ ਅਜੇ ਤੱਕ ਕਿਉਂ ਨਹੀਂ ਫੜਿਆ ਗਿਆ। ਦੀਪ ਸਿੱਧੂ ਦੀ ਵਜ੍ਹਾ ਦੇ ਕਰਕੇ 200 ਕਿਸਾਨ ਜੇਲ੍ਹਾਂ ਦੇ ਵਿੱਚ ਬੰਦ ਨੇ। 26 ਜਨਵਰੀ ਤੋਂ ਬਾਅਦ 100 ਕਿਸਾਨ ਲਾਪਤਾ ਹੋ ਗਏ ਸਨ ਔਰ ਮੁਲਜ਼ਮਾਂ ਦੀ ਥਾਂ ਬੇਗੁਨਾਹਾਂ ਨੂੰ ਸਰਕਾਰ ਫੜ ਰਹੀ ਹੈ ਤੇ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਜ਼ਰੂਰ ਚੁੱਕੇ ਗਏ ਨੇ ਔਰ ਦੀਪ ਸਿੱਧੂ ਦਾ ਮਸਲਾ ਲਗਾਤਾਰ ਚੁੱਕਿਆ ਜਾ ਰਿਹਾ ਹੈ ਕਿ ਦੀਪ ਸਿੱਧੂ ਨੇ ਭੜਕਾਉਣ ਦਾ ਕੰਮ ਕੀਤਾ ਸੀ, ਭੀੜ ਨੂੰ ਭੜਕਾਉਣ ਦਾ ਕੰਮ ਕੀਤਾ ਗਿਆ ਸੀ ਔਰ ਇਸ ਦੇ ਨਾਲ ਲਾਲ ਕਿਲੇ ਤੇ ਜੋ ਝੰਡਾ ਫਹਿਰਾਇਆ ਗਿਆ ਉਸ ਦੇ ਵਿੱਚ ਦੀਪ ਸਿੱਧੂ ਦੀ ਸ਼ਰੇਆਮ ਸ਼ਮੂਲੀਅਤ ਦੇਖਣ ਨੂੰ ਮਿਲੀ ਹੈ। ਤੇ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਸੈਸ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ। ਲਗਾਤਾਰ ਸੈਸ਼ਨ ਚੱਲ ਰਹੇ ਨੇ। ਹਾਲਾਂਕਿ ਵਿਰੋਧੀਆਂ ਵੱਲੋਂ ਲਗਾਤਾਰ ਹੰਗਾਮਾ ਵੀ ਕੀਤਾ ਜਾ ਰਿਹਾ, ਭਾਵੇਂ ਰਾਜ ਸਭਾ ਹੋਵੇ ਭਾਵੇਂ ਲੋਕ ਸਭਾ ਹੋਵੇ ਔਰ ਇਸ ਦੌਰਾਨ ਮੁਲਜ਼ਮ ਦੀਪ ਸਿੱਧੂ ਦਾ ਮਸਲਾ ਵੀ ਚੁੱਕਿਆ ਗਿਆ ਹੈ ਔਰ ਸ਼ਿਵ ਸੈਨਾ ਸਾਂਸਦ ਸੰਜੇ ਰਾਉਤ ਵੱਲੋਂ ਇਹ ਮੁੱਦਾ ਚੁੱਕਿਆ ਗਿਆ ਕਿ ਦੀਪ ਸਿੱਧੂ ਅਜੇ ਤੱਕ ਕਿਉਂ ਨਹੀਂ ਫੜਿਆ ਗਿਆ। ਹਾਲਾਂਕਿ ਦੀਪ ਸਿੱਧੂ ਤੇ ਇਨਾਮੀ ਰਾਸ਼ੀ ਵੀ ਦਿੱਲੀ ਪੁਲਿਸ ਵੱਲੋਂ ਘੋਸ਼ਿਤ ਕਰ ਦਿੱਤੀ ਗਈ ਸੀ। 1 ਲੱਖ ਦਾ ਇਨਾਮ ਹੈ ਦੀਪ ਸਿੱਧੂ ਤੇ ਔਰ ਵਾਰ-ਵਾਰ ਦੀਪ ਸਿੱਧੂ ਵੱਲੋਂ ਲਾਈਵ ਵੀ ਕਰਕੇ ਦੱਸਿਆ ਜਾਂਦਾ ਹੈ ਕਿ ਮੈਂ ਸਿੰਘੂ ਬਾਰਡਰ ਤੇ ਨੇੜੇ ਤੇੜੇ ਹੀ ਹਾਂ, ਪਰ ਉਸ ਦੇ ਬਾਵਜੂਦ ਉਸ ਤੇ ਹਜੇ ਤੱਕ ਐਕਸ਼ਨ ਕਿਉਂ ਨਹੀਂ ਲਿਆ ਗਿਆ। ਤਾਂ ਸੰਜੇ ਰਾਉਤ ਵੱਲੋਂ ਇਹ ਵੱਡਾ ਸਵਾਲ ਜਿਹੜਾ ਹੈ ਰਾਜ ਸਭਾ ਦੇ ਵਿੱਚ ਚੁੱਕਿਆ ਗਿਆ। ਇਸ ਦੇ ਨਾਲ ਹੀ ਇਲਜ਼ਾਮ ਮੜੇ ਗਏ ਨੇ ਕੇਂਦਰ उससे हमारे प्रधानमंत्री बहुत दुखी हो गए, पूरा देश दुखी हो गया। लेकिन लाल किले पर तिरंगे का अपमान करने वाला जो कोई दीप सिद्धू है वो कौन है, किसका आदमी है, उस बारे में तो आप नहीं बताते। वो किसका आदमी है, उसको किसने ताकत दी है, ये सिद्धू अब तक पकड़ा नहीं गया। लेकिन 200 से ज्यादा किसान इस प्रकरण में तिहाड़ जेल में बंद है और उनके ऊपर देशद्रोह का मुकदमा चल रहा है। 100 से ज्यादा आंदोलक जो युवा है वो लापता है। वो कहां है, पुलिस ने उसका क्या किया, उसका एनकाउंटर किया है, क्या क्या मार दिया, वो पता नहीं है। तो ये जो है ये देशद्रोही है, अपने हक के लिए लड़ते हैं। लेकिन देश प्रेमी कौन है हमारे देश में? अर्नब गोस्वामी, जिसके वजह से एक निरपराध व्यक्ति महाराष्ट्र में जिसने आत्महत्या की, कंगना रनावत, ये देश प्रेमी है। राष्ट्रीय नेशनल सिक्योरिटी ऑफिसर सीक्रेट संदर्भात, उस संदर्भ में उसने जो सामने लाया है पूरा ऑफिसर सीक्रेट तोड़ दिया हमारा। बालकोट स्ट्राइक के बारे में पहले से जानकारी सबको बता दी। हाँ, वो आपके शरण में है। जी जी, हजारों किसान गाजीपुर सिंघू बॉर्डर पर अपने हक के लिए लड़ रहे हैं और आप इस एकजुटता में आपको देशद्रोह दिखता है। चेयरमैन सर, ये पंजाब, हरियाणा और पश्चिमी यूपी का किसान पूरे देश के किसानों की लड़ाई लड़ रहा है। वो सिर्फ 3 राज्यों की लड़ाई नहीं है और पूरा देश उनके साथ है। तो उनको देशद्रोह कहना ठीक नहीं। ये पंजाब का किसान, हमारा सिख भाई, जब मुगलों से लड़ा तो हम उसे योद्धा कहते थे, जब अंग्रेजों से लड़ा तो हम उसे देशभक्त कहते थे। कोरोना वायरस में लंगर बांट रहा था
तो देश प्रेमी था, लेकिन आज वो अपने हक के लिए लड़ता है तो वो खालिस्तानी हो गया, वो देशद्रोही हो गया। ये कौन सा अन्याय है? आप उसको रोकने के लिए बॉर्डर पर किले ठोकते हो, वो बड़े बड़े बैरिकेड्स करते हो। ये बैरिकेड्स, ये किले का जाल अगर आप लड़ाक के बॉर्डर पर करते तो चीन की किलोमीटर अंदर नहीं आती। मैं आपको बताना चाहता हूं सर, ये ठीक नहीं है। लेकिन ये आंदोलन जब तक जिंदा है तब तक हिंदुस्तान जिंदाबाद रहेगा। ये आंदोलन ही हमारी ताकत है, ये देश की ताकत है। थैंक यू वेरी मच। कृषि कानून श्री रामदास अठवले। तो शिवसेना सांसद संजय राउत साफ तौर पर किसानी मोर्चे ਨੂੰ ਲੈ ਕੇ ਹੁੰਗਾਰਾ ਪਾ ਰਹੇ ਸੀ ਔਰ ਉਹਨਾਂ ਵੱਲੋਂ ਕਿਹਾ ਗਿਆ ਕਿ ਇਸ ਤਰ੍ਹਾਂ ਦਾ ਵਤੀਰਾ ਜੋ ਸਰਕਾਰ ਵੱਲੋਂ ਕੀਤਾ ਜਾ ਰਿਹਾ ਕਿਸਾਨਾਂ ਦੇ ਖਿਲਾਫ ਉਹ ਨਹੀਂ ਹੋਣਾ ਚਾਹੀਦਾ। ਜਿਸ ਤਰ੍ਹਾਂ ਦੀ ਬੈਰੀਕੇਡਿੰਗ ਔਰ ਕੰਟੇਨਰ ਔਰ ਲੋਹੇ ਦੇ ਕਿੱਲਾਂ ਦਾ ਇਸਤੇਮਾਲ ਕੀਤਾ ਗਿਆ ਉਹ ਨਹੀਂ ਹੋਣਾ ਚਾਹੀਦਾ। ਇਸ ਤਰ੍ਹਾਂ ਦਾ ਵਤੀਰਾ ਕਿਸੇ ਵੀ ਤਰ੍ਹਾਂ ਲੋਕਤੰਤਰ ਦੇ ਵਿੱਚ ਜਾਇਜ਼ ਨਹੀਂ ਹੈ। ਹਰ ਕਿਸੇ ਨੂੰ ਅੰਦੋਲਨ ਕਰਨ ਦਾ ਹੱਕ ਹੈ, ਹਰ ਕਿਸੇ ਨੂੰ ਆਪਣੀ ਆਵਾਜ਼ ਬੁਲੰਦ ਕਰਨ ਦਾ ਹੱਕ ਹੈ ਔਰ ਆਵਾਜ਼ਾਂ ਨੂੰ ਦਬਾਉਣਾ ਨਹੀਂ ਚਾਹੀਦਾ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਸਿੱਖ ਸਮੁਦਾਇ ਦੇ ਵੀ ਉਹਨਾਂ ਨੇ ਸ਼ਲਾਘਾ ਕੀਤੀ ਕਿ ਜਿਸ ਤਰ੍ਹਾਂ ਮੁਗਲ ਦੇ ਖਿਲਾਫ ਲੜਾਈ ਲੜੀ ਸਿੱਖਾਂ ਨੇ, ਇਸ ਦੇ ਨਾਲ ਹੀ ਅੰਗਰੇਜ਼ਾਂ ਦੇ ਖਿਲਾਫ ਲੜਾਈ ਲੜੀ ਤੇ ਉਸ ਵੇਲੇ ਹਮੇਸ਼ਾ ਹੁੰਗਾਰਾ ਹੀ ਦਿੱਤਾ ਗਿਆ। ਪਰ ਅੱਜ ਜਦੋਂ ਉਹ ਆਪਣੇ ਹੱਕਾਂ ਦੇ ਵਾਸਤੇ ਮੰਗ ਕਰ ਰਿਹਾ ਹੈ ਤੇ ਉਸ ਨੂੰ ਖਾਲਿਸਤਾਨੀ ਕਿਉਂ ਕਿਹਾ ਜਾ ਰਿਹਾ ਤੇ तमाम तरह के सवाल शिवसेना सांसद संजय राउत ਵੱਲੋਂ ਚੁੱਕੇ ਗਏ ਨੇ। उधर सूबे दे विच निगम चोणां होण जा रहीआं जिस नूं लैके लगातार सियासत गरमाई हुई है। सुनाम दे विच आम आदमी पार्टी दा धरना जारी है। कल शाम तो धरने ते अमन अरोड़ा बैठे हुए ने। एसडीएम दफ्तर दे बाहर धरना चल रहा है और नामजदगी रद्द किए जाने के विरोध दे विच यह धरना दिता जा रहा है। तुहानूं दस रही है कि आम आदमी पार्टी के विधायक अमन अरोड़ा लगातार सुनाम दे विच धरने ते बैठे हुए ने। गल फतेहगढ़ साहिब दी करिए तो फतेहगढ़ साहिब दे विच अकाली दल अते आम आदमी पार्टी का प्रदर्शन इत्थे भी जारी है। नगर कौंसल सरहंद लई कागज रद्द होण ते नाराजगी इन्हां वल्लों जताई जा रही है। इस दौरान पंजाब सरकार ते धक्केशाही दे इल्जाम भी इन्हां वल्लों मड़े जा रहे हैं। और तीजी तस्वीर अगर है तो मोगा दे विच भी बीजेपी वर्करां दे वल्लों नामजदगी सेंटर बाहर हंगामा देखने को मिले। वार्ड नंबर 31 तो बीजेपी ज्योति नामजदगी दाखिल नहीं कर सकी जिस नूं लैके लगातार विरोध जताया जा रहा है। तुहानूं लगातार दस रहे कि सुनाम दे विच इस वेले आम आदमी पार्टी के विधायक अमन अरोड़ा तस्वीरां दे विच वेखे जा सकते किस तरह वो विरोध जता रहे हैं और बैठे हुए नजर आ रहे हैं। लगातार तो दस दी कि नामजदगियां हालांकि दाखिल हो चुकियां ने और कुछ ही दिनों के वोटिंग प्रक्रिया होनी है पर उस तो पहला लगातार वक्-वक् थावां ते विरोध भी हो रहा है। ते फिलहाल इस मामले ते वधेरे जानकारी वास्ते साडे ब्यूरो चीफ नपिंदर सिंह बराड़ मेरे नाल जुड़ चुके ने। नपिंदर, पूरा घटनाक्रम समझना चाहुंदे आ। इस वेले नामजदगियां फिलहाल दाखिल हो चुकियां ने और 14 फरवरी नूं वोटिंग होनी है पर उस तो पहला आम आदमी पार्टी दे भावें वो वर्कर होण या फिर अकाली दल दे वर्कर होण उन्हां वल्लों विरोध जरूर जताया जा रहा है कि साडे नाल धक्केशाही कीती जा रही है, साडी आवाज़ नूं दबाया जा रहा है और साडे उम्मीदवारां दे नामजदगी पत्तर भी जिहड़े ने वो भरन नहीं दित्ते गए। देखो ये तस्वीरां ते ये इल्जाम कोई नवे नहीं ने। ये इल्जाम हमेशा तो जदों भी ये लोकल चोणां हुंदियां ने इन्हां चोणां दे विच सत्ता धिर ते अपनी पावर की दुरवरतों का इल्जाम हमेशा तो लगता आया और जिस तरह दी घटनावां इस वारी वापर रही ने इस तरह दी घटनावां हमेशा तो वापरदियां देखियां जांदियां ने। और असीं सिद्धे तौर पर देखिए तो जिहड़ियां ये चोणां ने सिद्धे तौर पर ज़्यादा अगर हिंसक घटनावां की गल करिए या आपसी अगर भाईचारे नूं वड्डी ढाह लगदी है तो इन्हां चोणां दे विच ज़्यादा देखा जाता क्योंकि ये हेठले पद्धर ते हर घर तक जिहड़ी हैगी ये वोट प्रभावित करदी है। लोकल लैवल ਦੀਆਂ ਚੋਣਾਂ ਹੁੰਦੀਆਂ ਨੇ, ਮਹੱਲੇ ਲੈਵਲ ਦੀਆਂ ਚੋਣਾਂ ਹੁੰਦੀਆਂ ਨੇ ਤਾਂ ਇਹ ਸਿੱਧੇ ਤੌਰ ਤੇ ਬਹੁਤ ਜ਼ਿਆਦਾ ਇਹਨਾਂ ਦਾ ਜਿਹੜਾ ਅਸਰ ਹੈ ਉਹ ਦੇਖਣ ਨੂੰ ਮਿਲਦਾ। ਪਰ ਗੱਲ ਇਹ ਹੈ ਕਿ ਇਹਨਾਂ ਚੋਣਾਂ ਨੂੰ ਨਿਰਪੱਖ ਕਰਾਉਣ ਦੇ ਲਈ ਕਿਉਂ ਹਲੇ ਤੱਕ ਅਗਰ ਸਿੱਧੇ ਤੌਰ ਤੇ ਜਿਹੜੀ ਵਿਰੋਧੀ ਧਿਰ ਨੂੰ ਇਲਜ਼ਾਮ ਲਾਉਂਦੀਆਂ ਨੇ ਕਿ ਕਿਉਂ ਯਤਨ ਨਹੀਂ ਕੀਤੇ ਜਾਂਦੇ ਪਰ ਇਹ ਇਲਜ਼ਾਮ ਉਦੋਂ ਹੀ ਲੱਗਦੇ ਨੇ ਜਦੋਂ ਕੋਈ ਪਾਰਟੀ ਵਿਰੋਧੀ ਧਿਰ 'ਚ ਹੁੰਦੀ ਆ। ਅੱਜ ਕਾਂਗਰਸ ਤੇ ਇਲਜ਼ਾਮ ਲੱਗ ਰਹੇ ਨੇ ਪਰ ਜਦੋਂ ਅਕਾਲੀ ਬੀਜੇਪੀ ਸੱਤਾ ਦੇ ਵਿੱਚ ਸੀ ਤਾਂ ਕਾਂਗਰਸ ਉਹਨਾਂ ਤੇ ਇਲਜ਼ਾਮ ਲਾਉਂਦੀ ਰਹੀ ਆ। ਯਾਨੀ ਕਿ ਹਮੇਸ਼ਾ ਤੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਨੇ ਇਲਜ਼ਾਮ ਲੱਗਦੇ ਰਹੇ ਨੇ ਪਰ ਕਸੂਰਵਾਰ ਕੌਣ ਹੈ ਕਿ ਸਿੱਧੇ ਤੌਰ ਤੇ ਇਲਜ਼ਾਮ ਕਿਉਂਕਿ ਜਿੱਦਾਂ ਹੀ ਚੋਣਾਂ ਖਤਮ ਹੁੰਦੀਆਂ ਨੇ ਤਾਂ ਉਸ ਤੋਂ ਬਾਅਦ ਫਿਰ ਤੋਂ ਜਿਹੜੇ ਹਾਲਾਤ ਨੇ ਉਹ ਬਦਲ ਜਾਂਦੇ ਨੇ। ਦੇਖੋ ਹੁਣ ਕੱਲ ਤੱਕ ਜਿਹੜੇ ਕੱਲ ਸਕਰੂਟਨੀ ਸੀ ਕਿ ਜਿਹੜੇ ਨਾਮਜ਼ਦਗੀਆਂ ਦਾਖਲ ਕੀਤੀਆਂ ਗਈਆਂ ਸੀ ਅੱਜ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਦੀਆਂ ਨੇ। ਕਈ ਵਾਰੀ ਕੁਝ ਆਜ਼ਾਦ ਉਮੀਦਵਾਰ ਹੁੰਦੇ ਨੇ ਜਾਂ ਕਿਸੇ ਨੇ ਆਪਣੇ ਜਿਹੜੇ ਨੋਮੀਨੇਸ਼ਨ ਵਾਪਸ ਲੈਣਾ ਤਾਂ ਉਹ ਅੱਜ ਆਪਣੇ ਨੋਮੀਨੇਸ਼ਨ ਵਾਪਸ ਲੈ ਸਕਦੇ ਨੇ। ਅੱਜ ਜਿਹੜੀ 5 ਤਰੀਕ ਹੈ 5 ਤਰੀਕ ਨੂੰ ਵਾਪਸ ਲੈ ਜਾ ਸਕਦੇ ਸ਼ਾਮ ਤੱਕ। ਉਸ ਤੋਂ ਬਾਅਦ ਜਿਹੜਾ ਹੈਗਾ ਚੋਣ ਮੈਦਾਨ ਦੇ ਵਿੱਚ ਜਿਹੜੇ ਉਮੀਦਵਾਰ ਉਤਰੇ ਹੋਣਗੇ ਉਹ ਆਪਣੀ ਕਿਸਮਤ ਅਜਮਾਉਣਗੇ। ਪਰ ਜਿਹੜੇ ਹਾਲਾਤ ਪੈਦਾ ਹੋ ਗਏ ਨੇ ਇਹਨਾਂ
ਹਾਲਾਤਾਂ ਦੇ ਵਿੱਚ ਦੇਖੋ ਸੱਤਾ ਧਿਰ ਨੂੰ ਸਪਸ਼ਟ ਤੌਰ ਤੇ ਜ਼ਿੰਮੇਵਾਰੀ ਸੱਤਾ ਧਿਰ ਦੀ ਬਣਦੀ ਹੈ। ਚੋਣ ਕਮਿਸ਼ਨ ਤੇ ਇਲਜ਼ਾਮ ਲੱਗ ਗਏ ਨੇ, ਜਿਹੜਾ ਚੋਣ ਕਮਿਸ਼ਨ ਪੰਜਾਬ ਹੈ ਸਿੱਧੇ ਤੌਰ ਤੇ ਇਲਜ਼ਾਮ ਅਕਾਲੀ ਦਲ ਨੇ ਲਾਏ ਨੇ ਕਿ ਚੋਣ ਕਮਿਸ਼ਨ ਤਾਂ ਹੱਥ ਖੜੇ ਕਰ ਚੁੱਕਿਆ ਹੈ ਕਿ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਮੇਰੇ ਹੱਥ ਵਿੱਚ ਕੋਈ ਪਾਵਰ ਨਹੀਂ ਹੈ। ਜਿਹੜਾ ਸੁਖਬੀਰ ਸਿੰਘ ਬਾਦਲ ਤੇ ਹਮਲਾ ਹੋਇਆ ਸੀ ਉਸ ਨੂੰ ਲੈ ਕੇ ਜਦੋਂ ਅਕਾਲੀ ਦਲ ਸ਼ਿਕਾਇਤ ਕਰਨ ਪਹੁੰਚਿਆ ਸੀ ਤਾਂ ਉਹਨਾਂ ਮੁਤਾਬਕ ਚੋਣ ਕਮਿਸ਼ਨ ਕੋਲ ਸਟੇਟ ਨੇ ਹਾਲੇ ਤੱਕ ਰਿਪੋਰਟ ਤੱਕ ਨਹੀਂ ਭੇਜੀ। ਤਾਂ ਐਸਾ ਚੋਣ ਕਮਿਸ਼ਨ ਕਿਸ ਕੰਮ ਦਾ? ਐਸਾ ਇਲਜ਼ਾਮ ਲਾਉਂਦਾ ਅਕਾਲੀ ਦਲ ਸਿੱਧੇ ਤੌਰ ਤੇ ਕਹਿੰਦਾ ਹੈ ਕਿ ਚੋਣ ਕਮਿਸ਼ਨ ਆਪਣੀ ਭੂਮਿਕਾ ਜਿਹੜੀ ਨਿਰਪੱਖ ਤੌਰ ਤੇ ਨਹੀਂ ਨਿਭਾ ਸਕਦਾ। ਕੱਲ ਪਰਸੋਂ ਦੇਖੋ ਅਕਾਲੀ ਦਲ ਸ਼ਿਕਾਇਤ ਕਰਨ ਪਹੁੰਚਿਆ, ਚੌਥੇ ਅਕਾਲੀ ਦਲ ਪਹੁੰਚਿਆ, ਕੱਲ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜੇ ਨੇਤਾ ਵਿਰੋਧੀ ਧਿਰ ਹਰਪਾਲ ਚੀਮਾ ਉਹ ਪਹੁੰਚੇ ਔਰ ਸਾਫ਼ ਤੌਰ ਤੇ ਜਾ ਕੇ ਕਿਹਾ ਕਿ ਜਿਹੜੀਆਂ ਚੀਜ਼ਾਂ ਹੁਣ ਹੋਈਆਂ ਨੇ ਕਿਉਂਕਿ ਸੁਨਾਮ ਦੇ ਵਿੱਚ ਲਗਾਤਾਰ ਧਰਨਾ ਜਾਰੀ ਹੈ, ਉਮੀਦਵਾਰ ਦੇ ਕਿਡਨੈਪਿੰਗ ਦਾ ਇਲਜ਼ਾਮ ਲਾਇਆ ਗਿਆ ਤਾਂ ਸਾਫ਼ ਤੌਰ ਤੇ ਆਮ ਆਦਮੀ ਪਾਰਟੀ ਨੇ ਕਿਹਾ ਕਿ ਐਸਾ ਨਾ ਹੋਵੇ ਕਿ ਜਿਹੜੀਆਂ ਤਸਵੀਰਾਂ ਹੁਣ ਦੇਖਣ ਨੂੰ ਮਿਲ ਰਹੀਆਂ ਨੇ ਇਹੀ ਤਸਵੀਰਾਂ ਅੱਗੇ ਵੀ ਦੇਖਣ ਨੂੰ ਮਿਲਣ। ਚੋਣ ਪ੍ਰਕਿਰਿਆ ਆਖਿਰ ਅਮਨ ਅਮਾਨ ਨਾਲ ਕਿਵੇਂ ਹੋਏਗੀ? ਕਿਤੇ ਐਸਾ ਤਾਂ ਨਹੀਂ ਕਿ ਚੋਣ ਪ੍ਰਕਿਰਿਆ ਦੇ ਦੌਰਾਨ ਕੋਈ ਵੱਡੀਆਂ ਹਿੰਸਕ ਘਟਨਾਵਾਂ ਵਾਪਰ ਜਾਣ ਸੂਬੇ ਦੇ ਵਿੱਚ। ਤਾਂ ਅਜਿਹੇ ਦੇ ਵਿੱਚ ਦੇਖੋ ਚੋਣਾਂ ਲੋਕਤੰਤਰਿਕ ਹਿੱਸਾ ਨੇ। ਲੋਕਤੰਤਰ ਜਿਹੜਾ ਹੈਗਾ ਦੁਨੀਆ ਸਭ ਤੋਂ ਵੱਡਾ ਲੋਕਤੰਤਰ ਸਾਡੇ ਮੰਨਿਆ ਜਾਂਦਾ। ਵੋਟਾਂ ਦਾ ਅਧਿਕਾਰ ਆ, ਸਭ ਨੂੰ ਵੋਟ ਪਾ ਕੇ ਆਪਣੇ ਨੁਮਾਇੰਦੇ ਚੁਣਨੇ ਨੇ। ਪਰ ਇਹਨਾਂ ਵੋਟਾਂ ਦੇ ਵਿੱਚ ਹੀ ਅਗਰ ਇਸ ਤਰ੍ਹਾਂ ਦੀ ਘਟਨਾ ਵਾਪਰ ਰਹੀਆਂ ਤਾਂ ਸਿੱਧੇ ਤੌਰ ਤੇ ਵੱਡੀ ਢਾਹ ਲੱਗਦੀ ਹੈ ਲੋਕਤੰਤਰ ਨੂੰ। ਤਾਂ ਉਮੀਦ ਇਹੀ ਕੀਤੀ ਜਾ ਰਹੀ ਹੈ ਕਿ ਅਮਨ ਅਮਾਨ ਦੇ ਨਾਲ ਇਹਨਾਂ ਚੋਣਾਂ ਨੂੰ ਕਰਵਾਇਆ ਜਾ ਸਕੇ। ਪਰ ਜਿਸ ਤਰ੍ਹਾਂ ਦੇ ਇਲਜ਼ਾਮਬਾਜ਼ੀਆਂ ਲੱਗ ਰਹੀਆਂ ਨੇ, ਜਿਸ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ, ਤਾਂ ਨਹੀਂ ਲੱਗਦਾ ਕਿ ਪੂਰੇ ਅਮਨ ਦੇ ਨਾਲ ਜਿਹੜੀਆਂ ਹੈਗੀਆਂ ਇਹ ਚੋਣਾਂ ਨੇਪਰੇ ਚੜ੍ਹ ਸਕਣ। ਹਾਲਾਂਕਿ ਸੱਤਾ ਧਿਰ ਦੀ ਜਿਹੜੀ ਜ਼ਿੰਮੇਵਾਰੀ ਬਣਦੀ ਹੈ ਉਹ ਸੱਤਾ ਧਿਰ ਦਾ ਦਾਅਵਾ ਵੀ ਇਹੀ ਆ ਕਿ ਅਮਨ ਅਮਾਨ ਦੇ ਨਾਲ ਜਿਹੜੀਆਂ ਹੈਗੀਆਂ ਵੋਟਾਂ ਪਵਾਈਆਂ ਜਾਣਗੀਆਂ। ਪਰ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਤਸਵੀਰ ਸਾਫ਼ ਹੋਏਗੀ ਕਿ ਆਖਿਰ ਦਾਅਵੇ ਤੇ ਜਿਹੜੇ ਇਲਜ਼ਾਮ ਨੇ ਉਹਨਾਂ ਦੇ ਵਿੱਚ ਕਿੰਨਾ ਫਰਕ ਹੈ। जी बिल्कुल नपिंदर, फिलहाल शुक्रिया इस तमाम जानकारी वास्ते। ते तुहानू दस दे कि 14 फरवरी नूं वोटां पैणीआं, इस दिन 17 नूं नतीजे आउणगे। हालांकि जो कुछ माहौल इस वेले बनिया होया बेहद सेंसिटिव हालात कह सकते क्योंकि लगातार हिंसक घटनावां भी हो रही ने। इस दे नाल विरोध ते जिहड़े विरोधी दल ने वो भी विरोध जता रहे ने कि साडी नामजदगियां दे विच भी साडे नाल धक्केशाही कीती गई है। तां तस्वीर जिहड़ी है हजे साफ नहीं हो पावेगी कि हुण 14 तरीक नूं जिहड़ी वोटिंग प्रक्रिया होनी है उस दे विच की कुछ तस्वीर वेखण नूं मिलेगी कि प्रशासन वालों पुख्ता प्रबंध किए जाएंगे, कि निरपक्ष चोणां करवाईयां जाणगियां, कि इलैक्शन प्रक्रिया पूरी तरह शांतिपूर्ण तरीके दे नाल पूरी हो जाएगी। ये तमाम सवाल जिहड़े ने अजे तक बरकरार ने। अगली वड्डी खबर साबका केंद्रीय मंत्री विजय सांपला दे नाल जुड़ी हुई है, जिन्हां नूं एक वड्डी अहुदेदारी सौंप दी गई है। केंद्र ने सांपला नूं लगाया एससी कमीशन दा चेयरमैन लगा दिता है और कौमी अनुसूचित जाति कमीशन दे चेयरमैन नियुक्त किए गए ने विजय सांपला। राष्ट्रपति दी मोहर तो बाद रस्मी ऐलान होवेगा और पंजाब दे विच बीजेपी दा वड्डा दलित चेहरा ने विजय सांपला। इस दे नाल पंजाब बीजेपी दे प्रधान भी रह चुके ने विजय सांपला और मोदी सरकार ने पहले कार्यकाल दे विच मंत्री भी सांपला रहे सी और 2019 दे विच सांपला नूं नहीं मिली सी लोक सभा दी टिकट। ते तुहानूं वड्डी खबर दस रही है जिहड़ी कि विजय सांपला दे नाल जुड़ी हुई है। साबका केंद्रीय मंत्री रह चुके ने विजय सांपला, इन्हां नूं वड्डी जिम्मेदारी सौंपी गई है और केंद्र ने सांपला नूं एससी कमीशन दा चेयरमैन नियुक्त कर दिता है। हालांकि अजे राष्ट्रपति दी मोहर तो बाद रस्मी ऐलान होवेगा। फिलहाल इस मामले ते वधेरे जानकारी वास्ते साडे नाल मेरे सहयोगी पंकज कपाही फिलहाल फोन लाइन ते जुड़े हुए ने। पंकज, विजय सांपला नूं फिलहाल अनुसूचित जाति कमीशन दे चेयरमैन वजों नियुक्त कर दिता गया, की कुछ तमाम जानकारी? बिल्कुल, इस तो पहला 2014 ਦੇ ਵਿੱਚ ਹੁਸ਼ਿਆਰਪੁਰ ਤੋਂ ਮੈਂਬਰ ਪਾਰਲੀਮੈਂਟ ਬਣੇ ਸੀ ਵਿਜੇ सांपला और ਉਸ ਤੋਂ ਬਾਅਦ ਕੇਂਦਰ ਦੀ ਵਜ਼ਾਰਤ ਦੇ ਵਿੱਚ ਵਿਜੇ सांपला ਜਿਹੜੇ ਨੇ ਉਹ MOS ਰਹੇ ਨੇ ਔਰ ਪ੍ਰਧਾਨਗੀ ਦੀ ਵੀ ਜ਼ਿੰਮੇਵਾਰੀ ਸੰਭਾਲ ਚੁੱਕੇ ਨੇ। ਲੇਕਿਨ 2019 ਦੇ ਵਿੱਚ ਵਿਜੇ सांपला ਨੂੰ ਟਿਕਟ ਜਿਹੜੀ ਆ ਉਹ ਨਹੀਂ ਦਿੱਤੀ ਗਈ ਸੀ। ਉਹਨਾਂ ਦੀ ਥਾਂ ਤੇ ਟਿਕਟ ਜਿਹੜੀ ਸੋਮ ਪ੍ਰਕਾਸ਼ ਹੋਰਾਂ ਨੂੰ ਦਿੱਤੀ ਸੀਗੀ ਔਰ ਹੁਣ ਵਿਜੇ सांपला ਹੋਰਾਂ ਨੂੰ ਇੱਕ ਹੋਰ ਅਹਿਮ ਜ਼ਿੰਮੇਵਾਰੀ ਦਿੱਤੀ, ਇੱਕ ਵੱਡੀ ਜ਼ਿੰਮੇਵਾਰੀ ਕੇਂਦਰ ਸਰਕਾਰ ਵੱਲੋਂ ਦਿੱਤੀ ਗਈ ਹੈ। ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦਾ ਚੇਅਰਮੈਨ ਜਿਹੜਾ ਵਾ ਉਹ ਕੇਂਦਰ ਸਰਕਾਰ ਵੱਲੋਂ ਥਾਪੜ ਦਿੱਤਾ ਗਿਆ ਵਾ। ਰਾਸ਼ਟਰਪਤੀ ਦੇ ਦਸਤਖਤ ਤੋਂ ਬਾਅਦ ਵਿਜੇ सांपला ਜਿਹੜਾ ਹੈ ਅਗਲੇ ਹਫ਼ਤੇ ਇਸ ਅਹਿਮ ਜ਼ਿੰਮੇਵਾਰੀ ਨੂੰ ਸੰਭਾਲਣਗੇ ਔਰ ਵਿਜੇ सांपला ਹੋਰਾਂ ਨੇ ਕਿਹਾ ਵੀ ਹੈ ਕਿ ਉਹਨਾਂ ਨੂੰ ਵਧਾਈਆਂ ਜ਼ਰੂਰ ਲਗਾਤਾਰ ਆ ਰਹੀਆਂ ਲੇਕਿਨ ਅਜੇ ਓਫੀਸ਼ੀਅਲ ਤੌਰ ਤੇ ਜਿਹੜਾ ਵਾ ਉਹ ਰਾਸ਼ਟਰਪਤੀ ਦੇ ਦਸਤਖਤ ਤੋਂ ਬਾਅਦ ਹੀ ਆਪਣਾ ਰਿਐਕਸ਼ਨ ਜਿਹੜਾ ਇਸ ਮੁਤਲਕ ਦੇਣਗੇ। जी अगर पंकज इन्हां दे सियासी सफर की गल की जाए तो हुण तक की कुछ हाईलाइट्स रही ने इन्हां दे सियासी सफर दियां? अमृत 2014 ਤੋਂ ਲੈ ਕੇ 2019 ਦੇ ਵਿੱਚ ਨਵਜੋਤ ਕਾਫੀ ਅਹਿਮ ਜਿਹੜਾ ਇਹਨਾਂ ਦਾ ਰੋਲ ਰਿਹਾ ਵਾ। ਹੁਸ਼ਿਆਰਪੁਰ ਤੋਂ ਮੈਂਬਰ ਪਾਰਲੀਮੈਂਟ ਬਣੇ, ਉਸ ਤੋਂ ਬਾਅਦ MOS ਇਹਨਾਂ ਨੂੰ ਬਕਾਇਦਾ ਤੌਰ ਤੇ ਜਿਹੜਾ ਕੇਂਦਰ ਦੀ ਵਜ਼ਾਰਤ ਦੇ ਵਿੱਚ ਥਾਪੜਿਆ ਗਿਆ ਔਰ ਉਸ ਤੋਂ ਬਾਅਦ ਪ੍ਰਧਾਨਗੀ ਜਿਹੜੀ ਹੈ ਉਹ ਪੰਜਾਬ ਦੀ ਦਿੱਤੀ ਵੀ ਗਈ। ਲੇਕਿਨ ਸਮਾਂ ਬਦਲਿਆ, ਹਾਲਾਤ ਜਿਹੜੇ ਨੇ 2019 ਦੇ ਵਿੱਚ ਥੋੜੇ ਇਹਨਾਂ ਦੇ ਖਰਾਬ ਹੋਏ, ਪ੍ਰਧਾਨਗੀ ਵੀ ਇਹਨਾਂ ਤੋਂ ਖੋਲੀ ਔਰ 2019 ਦੇ ਵਿੱਚ ਹੁਸ਼ਿਆਰਪੁਰ ਤੋਂ ਟਿਕਟ ਵੀ ਜਿਹੜੀ ਹੈ ਇਹਨਾਂ ਨੂੰ ਨਹੀਂ ਦਿੱਤੀ ਗਈ ਔਰ
पिछले 1.5 साल तो एक्टिव बेहद ग्राउंड ਤੇ ਨਜ਼ਰ ਆ ਰਹੇ ਸੀਗੇ। ਲਗਾਤਾਰ ਅਗਰ ਕਿਤੇ ਵੀ ਪ੍ਰਦਰਸ਼ਨ ਹੋਵੇ ਉਹ ਹੁੰਦਾ ਹੋਇਆ ਨਜ਼ਰ ਆ ਰਿਹਾ ਸੀ, ਲੇਕਿਨ ਕੇਂਦਰ ਦੇ ਵਿੱਚ ਕੋਈ ਥਾਂ ਮਿਲਦੀ ਹੋਈ ਨਜ਼ਰ ਨਹੀਂ ਆ ਰਹੀ ਸੀ। ਲੇਕਿਨ ਹੁਣ ਕੇਂਦਰ ਵੱਲੋਂ ਯਾਨੀ ਕਿ ਪਾਰਟੀ ਆਲਾ ਕਮਾਨ ਨੇ ਇੱਕ ਵਾਰ ਫਿਰ ਭਰੋਸਾ ਜ਼ਾਹਰ ਕੀਤਾ ਔਰ ਇੱਕ ਅਹਿਮ ਜ਼ਿੰਮੇਵਾਰੀ ਜਿਹੜੀ ਹੈ ਉਹ ਦਿੱਤੀ ਗਈ ਹੈ ਵਿਜੇ ਸਾਂਪਲਾ ਹੋਰਾਂ ਨੂੰ। जी पंकज, फिलहाल शुक्रिया इस तमाम जानकारी वास्ते। तो तुहानू दस दईए कि विजय सांपले दे नाल जुड़ी वड्डी खबर तुहानू दस रहे कौमी अनुसूचित जाति दा चेयरमैन इन्हां नू नियुक्त कर दिता गया। हालांकि राष्ट्रपति दी मोहर तो बाद रस्मी ऐलान होवेगा, पर उधर ही इन्हां दे सियासी सफर दी गल कीती जावे ते हुण तक काफ़ी सरगर्म रहे ने सियासत दे विच और एक बार होर केंद्र सरकार वल्लों वड्डी जिम्मेवारी इन्हां नू सौंप दित्ती गई है। इस न्यूज़ हेडलाइंस के प्रायोजक हैं TSS ग्लोबल स्टडी वीजा ਲਈ ਇੱਕ ਭਰੋਸੇਮੰਦ ਨਾਮ ਅਪਲਾਈ ਫॉर ਕੈਨੇਡਾ UK ਆਸਟ੍ਰੇਲੀਆ। इस न्यूज़ हेडलाइंस के प्रायोजक हैं TSS ग्लोबल स्टडी वीजा ਲਈ ਇੱਕ ਭਰੋਸੇਮੰਦ ਨਾਮ ਅਪਲਾਈ ਫॉर ਕੈਨੇਡਾ UK ਆਸਟ੍ਰੇਲੀਆ। उधर कोविड-19 महामारी ने आपसी निर्भरता की भावना ਨੂੰ मजबूत किया, जिस दे नाल पूरा देश इस मुसीबत का एकजुट होकर मुकाबला कर सके। वैक्सीनेशन के ऐलान तो बाद जरूरत होगी कि ਅਸੀਂ अपना मोहरी योगदान दईए, जिस दे नाल ਅਸੀਂ ਇੱਕੋ ਸਮੇਂ वायरस ਨੂੰ ਹਰਾਉਣ ਵੱਲ कदम ਵਧਾ ਸਕੀਏ। ਅਤੇ ਨੈਟਵਰਕ 18 ਇਸ ਮੁਹਿੰਮ ਦੇ ਵਿੱਚ ਹਰ ਕਦਮ ਤੇ ਤੁਹਾਡੇ ਨਾਲ ਹੋਵੇਗਾ। ਜਦ ਤੱਕ ਸਾਰੇ ਸੁਰੱਖਿਅਤ ਨਹੀਂ ਹੋ ਜਾਂਦੇ ਉਦੋਂ ਤੱਕ ਕੋਈ ਸੁਰੱਖਿਅਤ ਨਹੀਂ ਹੋਵੇਗਾ। ਇਸ ਸੋਚ ਦੇ ਆਧਾਰ ਤੇ ਕੈਂਪੇਨ ਸੰਜੀਵਨੀ ਦਾ ਉਦੇਸ਼ ਇਹ ਸੁਨਿਸ਼ਚਿਤ ਕਰਨਾ ਹੈ ਕਿ ਵੈਕਸੀਨ ਪਾਉਣਾ ਸਾਰੇ ਭਾਰਤੀਆਂ ਦਾ ਅਧਿਕਾਰ ਹੈ।